रैलियां हो रही ने, होर भीड़ां इकट्ठियां हो रही ने, होर सब कुछ हो रहा हैगा। ਜਿਹੜੇ ਅਧਿਆਪਕ ਨੇ ਸਕੂਲਾਂ ਵਿੱਚ ਉਹ ਜਾਂਦੇ ਆ, ਪਰ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਕਹਿੰਦੇ ਕਰੋਨਾ ਤੰਗ ਕਰਦਾ, ਉਹਨਾਂ ਨੂੰ ਘਰਾਂ ਵਿੱਚ ਬਹਾਇਆ ਹੋਇਆ। ਮਾਪੇ ਕੰਮ ਤੇ ਬੱਚੇ ਘਰ ਕਿਉਂ? ਠੇਕੇ ਖੁੱਲੇ ਸਕੂਲ ਬੰਦ ਕਿਉਂ? ਬੱਸਾਂ ਘਰ ਤੇ ਟੈਕਸ ਕਿਉਂ? ਸਕੂਲ ਬੰਦ ਤੇ ਬੱਸਾਂ ਦੀਆਂ ਕਿਸ਼ਤਾਂ ਕਿਉਂ? कोरोना पूरे जोर ते रैलियां क्यों? सरकार दे कमाऊ पुत सड़कां ते क्यों? ਤੇ ਉਹ ਅਗਲੇ ਬਾਉਂਸਰ ਜੇ ਲੈ ਕੇ ਗੁੰਡੇ ਬਦਮਾਸ਼ ਲੈ ਕੇ ਬੈਂਕਾਂ ਵਾਲੇ ਜਿਹੜੇ ਆ ਉਹ ਗੱਡੀਆਂ ਚੱਕਣ ਆ ਜਾਂਦੇ ਆ। ਤੇ ਹੁਣ ਸਾਰੇ ਹੀ ਅੱਜ ਕੱਲ ਤੁਹਾਨੂੰ ਪਤਾ ਬਿਮਾਰੀਆਂ ਦੇ ਮਾਰੇ ਉਹ ਬਹੁਤ ਸਾਰੇ 5-6 ਵੀਰ ਜਿਹੜੇ ਸਾਡੇ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਉਹ ਵਿਚਾਰੇ ਹਾਰਟ ਅਟੈਕ ਨਾਲ ਹੀ ਮਰ ਗਏ। ਹੁਣ ਸਰਕਾਰ ਦਾ ਪਤਾ ਨਹੀਂ ਕੀ ਮੰਤਵ ਆ ਗਿਆ, ਅਨਪੜ੍ਹ ਰਹੇਗਾ ਇੰਡੀਆ ਤੋਂ बढ़ेगा ਇੰਡੀਆ। ਉਹ ਸਰਕਾਰ ਇਹ ਸਾਬਤ ਨਹੀਂ ਕਰ ਸਕੀ, ਉੱਥੇ ਲਬਾਟਾ ਦੀ ਸਰਕਾਰ ਇਹ ਸਾਬਤ ਨਹੀਂ ਕਰ ਸਕੀ ਵੀ ਕਰੋਨਾ ਵਾਕਈ ਹੈ, ਤੇ ਉਹਨੇ ਸਾਬਤ ਕਰਤਾ ਨਹੀਂ ਹੈ, ਤੇ ਅੱਜ ਉੱਥੇ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ। ਜਿਹੜਾ ਇਹਨੇ 26 ਜਨਵਰੀ ਦਾ ਕਿਹਾ ਉਹ ਵਾਕਿਆ ਜਦ ਆਜ਼ਾਦੀ ਕੋਈ ਨਹੀਂ, ਕਿਸੇ ਦੇ ਕੋਲ ਹੀ ਕੋਈ ਨਹੀਂ, ਤਾਂ ਉਹ ਫਿਰ ਕਾਲਾ ਦਿਨ ਮਨਾਉਣਗੇ ਨਾ। ਤੁਹਾਡੀਆਂ ਸਮੱਸਿਆਵਾਂ ਦੇ ਉੱਪਰ ਕੁਰਸੀਆਂ ਢਾ ਕੇ, ਸਮੱਸਿਆਵਾਂ ਦੇ ਢੇਰ ਦੇ ਉੱਪਰ ਕੁਰਸੀਆਂ ਢਾ ਕੇ ਉਹਦੇ ਉੱਤੇ ਬਹਿਣਾ ਇਹਨਾਂ ਨੇ ਰਾਜ ਕਰਨ ਵਾਸਤੇ ਤੁਹਾਡੇ ਸਿਰਾਂ ਦੇ ਉੱਪਰ। ਇਸ ਕਰਕੇ ਤੁਸੀਂ ਇਹਨਾਂ ਨੂੰ ਸਵਾਲ ਜ਼ਰੂਰ ਪੁੱਛਿਓ ਕਿ ਇਹ ਸਾਰੇ ਜਣੇ ਰੋਟੀ ਖਾਣਗੇ ਕਿੱਥੋਂ। ਫਿਰ ਜਿਹੜੀਆਂ ਬੱਸਾਂ ਨੇ ਇਹ ਡੱਕੀਆਂ ਹੋਈਆਂ ਨੇ, ਘਰਾਂ ਦੇ ਵਿੱਚ ਬੱਸਾਂ ਰੁਕੀਆਂ ਹੋਈਆਂ ਨੇ। ਮੈਂ ਸਰਕਾਰ ਨੂੰ ਸਵਾਲ ਕਰਨਾ ਚਾਹੁੰਦਾ ਵੀ ਜਿਹੜੀਆਂ ਚੋਣ ਰੈਲੀਆਂ ਹੁੰਦੀਆਂ ਆ, ਫਿਰ ਇਹ ਬੱਸਾਂ ਉੱਥੇ ਲਾ ਲੈਣ ਤੇ ਤੁਹਾਡੇ ਵਾਸਤੇ ਬੰਦੇ ਢੋਲਿਆ ਕਰਨ। ਇੱਦਾਂ ਕਰ ਲਈਏ ਜੀ। ਫਿਰ ਜੇ ਤੁਸੀਂ ਸਲਾਹ ਦਿਓ, ਕਮੈਂਟ ਕਰਕੇ ਦੱਸਣ, ਆਮ ਲੋਕ ਵੀ ਦੱਸ ਦੇਣ, ਕੋਈ ਸਰਕਾਰੀ ਨੁਮਾਇੰਦਾ ਹੋਵੇ ਉਹ ਵੀ ਕਮੈਂਟ ਕਰਕੇ ਦੱਸ ਦੇਵੇ, ਫਿਰ ਮੈਂ ਤੁਹਾਡਾ ਸੁਨੇਹਾ ਪੱਤਰਕਾਰ ਹੋਣ ਦੇ ਨਾਤੇ ਇਹਨਾਂ ਤੱਕ ਵੀ ਪੁੱਜਦਾ ਕਰ ਦੂੰਗਾ। हमारा देश विकास की बुलंदियों को छू रहा है। आ बुलंदियां हैं जी, एक बार इत्थे दिखा दिओ जी। ਜਿਹੜੇ ਕਹਿੰਦੇ ਕਿ हमारा देश विकास की बुलंदियों को छू रहा है, ਇੱਕ ਵਾਰੀ ਜਰਾ ਦੱਸ ਦੇਣ, ਇਹਨਾਂ ਸਵਾਲਾਂ ਦੇ ਜਵਾਬ ਦੇ ਦੇਣ। ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ। ਮੈਂ ਹਾਂ ਭੁਪਿੰਦਰ ਸਿੰਘ ਸੱਜਣ। ਅਸੀਂ ਭਾਰਤ ਵਰਗੇ ਮੁਲਕ ਵਿੱਚ ਰਹਿੰਦੇ ਆ ਜਿੱਥੇ ਸਮੱਸਿਆਵਾਂ ਦਾ ਕੋਈ ਅੰਤ ਨਹੀਂ ਹੈਗਾ। 75-76 ਵਰੇ ਹੋ ਗਏ ਇਸ ਮੁਲਕ ਨੂੰ ਕਹਿੰਦੇ ਆਜ਼ਾਦ ਹੋਇਆਂ ਨੂੰ। ਹੌਲੀ ਹੌਲੀ ਕਹਿੰਦੇ ਸਾਰਾ ਸਿਸਟਮ ਠੀਕ ਹੋ ਜਾਊਗਾ, ਪਰ ਉਹ ਹੌਲੀ ਹੌਲੀ ਜਿਹੜੀ ਹੈਗੀ ਆ ਆਉਣ ਦਾ ਨਾਂ ਨਹੀਂ ਲੈਂਦੀ। ਆਮ ਲੋਕ ਜਿਹੜੇ ਹੈਗੇ ਨੇ ਗਰੀਬ, ਉਹ ਦਿਨੋਂ ਦਿਨ ਗਰੀਬ ਹੁੰਦੇ ਜਾ ਰਹੇ ਨੇ। ਜਿਹੜੇ ਲੀਡਰ ਬਣਦੇ ਨੇ ਉਹਨਾਂ ਦੀਆਂ ਕੋਠੀਆਂ ਵੱਡੀਆਂ, ਉਹਨਾਂ ਦੀਆਂ ਕਾਰਾਂ ਵੱਡੀਆਂ, ਤੇ ਉਹਨਾਂ ਦਾ ਸਭ ਕੁਝ ਵੱਡਾ ਹੁੰਦਾ ਜਾ ਰਿਹਾ। ਸੋ ਸਭ ਕੁਝ ਹੋ ਰਿਹਾ ਸਾਡੇ ਮੁਲਕ ਦੇ ਹਾਲਾਤ ਨੇ। ਜਿਸ ਟੌਪਿਕ 'ਤੇ ਆਪਾਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਦਰਸ਼ਕੋ, ਕਰੋਨਾ ਦਾ ਪਹਿਲਾਂ ਹੁਣ ਕਹਿੰਦੇ ਸੀ ਪਹਿਲੀ ਲਹਿਰ ਆ ਗਈ, ਫਿਰ ਦੂਜੀ ਆ ਗਈ, ਹੁਣ ਅੱਜ ਕੱਲ੍ਹ ਕਹਿੰਦੇ ਤੀਜੀ ਲਹਿਰ ਆ ਗਈ, ਓਮੀਕਰੋਨ। ਸੋ ਇਹਦੇ ਵਿੱਚ ਰੈਲੀਆਂ ਹੋ ਰਹੀਆਂ ਨੇ, ਹੋਰ ਭੀੜਾਂ ਇਕੱਠੀਆਂ ਹੋ ਰਹੀਆਂ ਨੇ, ਹੋਰ ਸਭ ਕੁਝ ਹੋ ਰਿਹਾ ਹੈਗਾ। ਜਿਹੜੇ ਅਧਿਆਪਕ ਨੇ ਸਕੂਲਾਂ ਵਿੱਚ ਉਹ ਜਾਂਦੇ ਆ, ਪਰ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਕਹਿੰਦੇ ਕਰੋਨਾ ਤੰਗ ਕਰਦਾ, ਉਹਨਾਂ ਨੂੰ ਘਰਾਂ ਵਿੱਚ ਬਹਾਇਆ ਹੋਇਆ। ਸੋ ਜਿਹੜੇ ਬੱਚਿਆਂ ਨੂੰ ਸਕੂਲਾਂ ਵਿੱਚ ਲੈ ਕੇ ਜਾਂਦੇ ਆ ਬੱਸਾਂ ਦੇ ਰਾਹੀਂ, ਉਹ ਜਿਹੜੇ ਬੱਸ ਡਰਾਈਵਰ ਹੈਗੇ ਆ, ਸੋਚ ਕੇ ਵੇਖੋ ਉਹਨਾਂ ਦੇ ਹਾਲਾਤ ਕਿੱਦਾਂ ਦੇ ਹੋਣਗੇ। ਜਿਹੜੇ ਉਹਨਾਂ ਬੱਸਾਂ ਦੇ ਮਾਲਕ ਹੈਗੇ ਨੇ, ਉਹਨਾਂ ਨੇ ਬੈਂਕ ਤੋਂ ਕਰਜ਼ਾ ਲਿਆ ਹੋਇਆ, ਔਰ ਬੈਂਕ ਉਹਨਾਂ ਦੀ ਜਾਨ ਖਾਂਦੀ ਹੈ ਕਿ ਸਾਡਾ ਕਰਜ਼ਾ ਮੋੜੋ। ਹੁਣ ਸਕੂਲਾਂ ਵਿੱਚ ਛੁੱਟੀਆਂ ਨੇ, ਉਹ ਵਿਚਾਰੇ ਕਰਨ ਤੇ ਕੀ ਕਰਨ। ਇਸ ਤੋਂ ਇਲਾਵਾ ਇੱਕ ਦੋ ਸਮੱਸਿਆਵਾਂ ਹੋਰ ਨੇ, ਸਾਰਾ ਕੁਝ ਵਿਚਾਰਾਂਗੇ। ਆ ਉੱਪਰ ਮਾੜਾ ਜਿਹਾ ਇੱਕ ਵਾਰੀ ਵਿਖਾ ਦਿਓ ਜੀ। ਮਾਪੇ ਕੰਮ ਤੇ ਬੱਚੇ ਘਰ ਕਿਉਂ? ਠੇਕੇ ਖੁੱਲੇ ਸਕੂਲ ਬੰਦ ਕਿਉਂ? ਬੱਸਾਂ ਘਰ ਤੇ ਟੈਕਸ ਕਿਉਂ? ਸਕੂਲ ਬੰਦ ਤੇ ਬੱਸਾਂ ਦੀਆਂ ਕਿਸ਼ਤਾਂ ਕਿਉਂ? ਕਰੋਨਾ ਪੂਰੇ ਜ਼ੋਰ ਤੇ ਰੈਲੀਆਂ ਕਿਉਂ? ਸਰਕਾਰ ਦੇ ਕਮਾਊ ਪੁੱਤ ਸੜਕਾਂ ਤੇ ਕਿਉਂ? ਇਹ ਸਵਾਲ ਆ ਜੀ ਜਿਹੜੇ, ਕੀ ਸਰਕਾਰ ਇਹਨਾਂ ਸਵਾਲਾਂ ਦੇ ਜਵਾਬ ਦੇਊਗੀ? ਇਹ 6 ਸਵਾਲ ਆ ਘੱਟੋ ਘੱਟ। ਸਵਾਲਾਂ ਦੀ ਲਿਸਟ ਬੜੀ ਲੰਮੇਰੀ ਹੈ ਵੈਸੇ, ਪਰ ਇੱਥੇ ਘੱਟੋ ਘੱਟ ਆ 6 ਸਵਾਲ। ਮਾਪੇ ਕੰਮ ਤੇ ਬੱਚੇ ਘਰ ਕਿਉਂ? ਜੇ ਕਰੋਨਾ ਇੰਨਾ ਹੀ ਜ਼ਿਆਦਾ ਤੰਗ ਕਰਦਾ ਤਾਂ ਜਿਹੜੇ ਮਾਪੇ ਕੰਮ ਤੇ ਜਾਂਦੇ ਹੈਗੇ ਆ ਉਹਨਾਂ ਦੇ ਬਾਰੇ ਸਰਕਾਰ ਕਿਉਂ ਨਹੀਂ ਸੋਚਦੀ? ਉਹਨਾਂ ਬਾਰੇ ਕਿਉਂ ਨਹੀਂ ਸੋਚਦੀ? ਉਹ ਵਿਚਾਰੇ ਕੰਮ ਤੇ ਜਾਂਦੇ ਆ, ਬੱਚੇ ਘਰ ਆ, ਠੇਕੇ ਖੁੱਲੇ ਆ। ਠੇਕਿਆਂ ਦਾ ਵੀ ਦੱਸ ਦਿੰਦਾ ਮੈਂ, ਹੋ ਸਕਦਾ ਜਿਹੜੇ ਵਿਦੇਸ਼ਾਂ 'ਚ ਸੱਜਣ ਰਹਿੰਦੇ ਕਈਆਂ ਨੂੰ ਨਾ ਪਤਾ ਹੋਵੇ ਠੇਕੇ ਕਿਹਨੂੰ ਕਹਿੰਦੇ ਆ। ਠੇਕੇ ਸ਼ਰਾਬ ਦੇ ਠੇਕੇ ਖੁੱਲੇ ਆ, ਪਰ ਜਿੱਥੋਂ ਪੜ੍ਹਾਈ ਵਿੱਦਿਆ ਹਾਸਲ ਕਰਨੀ ਆ ਬੱਚਿਆਂ ਨੇ, ਉਹ ਸਕੂਲ ਉਹ ਬੰਦ ਵਾ। ਇਹ ਸਵਾਲ ਕੀਤਾ ਆ ਭਈ ਸਕੂਲ ਬੰਦ ਕਿਉਂ ਆ, ਸਰਕਾਰ ਜਵਾਬ ਦੇਵੇ। ਬੱਸਾਂ ਘਰ
ਤੇ ਟੈਕਸ ਕਿਉਂ? ਜਦੋਂ ਬੱਸਾਂ ਘਰ ਵਿੱਚ ਖੜੀਆਂ ਨੇ, ਬੱਸਾਂ ਵੀ ਇੱਕ ਵਾਰੀ ਮਾੜਾ ਜਿਹਾ ਵਿਖਾ ਦਿਓ ਜੀ, ਆਹ ਬੱਸਾਂ ਖੜੀਆਂ ਨੇ ਜੀ, ਇਹਨਾਂ ਬੱਸਾਂ ਬਾਰੇ ਗੱਲ ਹੋ ਰਹੀ ਆ। ਬੱਸਾਂ ਘਰ ਤੇ ਟੈਕਸ ਕਿਉਂ? ਜਦੋਂ ਬੱਸਾਂ ਘਰ ਵਿੱਚ ਆ, ਜਦੋਂ ਬੱਸਾਂ ਕੰਮ ਤੇ ਨਹੀਂ ਜਾ ਰਹੀਆਂ, ਡਰਾਈਵਰ ਬੱਸਾਂ ਦੇ ਮਾਲਕ ਬੱਸਾਂ ਨੂੰ ਲੈ ਕੇ ਕੰਮ ਤੇ ਨਹੀਂ ਜਾ ਰਹੇ, ਤਾਂ ਸਰਕਾਰ ਨੇ ਇਹਨਾਂ ਬਾਰੇ ਕੀ ਸੋਚਿਆ ਹੋਇਆ ਭਲਾ? ਇਹਨਾਂ ਤੇ ਟੈਕਸ ਭਲਾ ਫਿਰ ਕਿਉਂ ਪੈ ਰਿਹਾ? ਸਕੂਲ ਬੰਦ ਤੇ ਬੱਸਾਂ ਦੀਆਂ ਕਿਸ਼ਤਾਂ ਕਿਉਂ? ਸਕੂਲ ਸਾਰੇ ਬੰਦ ਵਾ, ਪਰ ਬੱਸਾਂ ਵਾਲਿਆਂ ਨੂੰ ਉਹਨਾਂ ਦੀਆਂ ਕਿਸ਼ਤਾਂ ਤੇ ਦੇਣੀਆਂ ਪੈਂਦੀਆਂ ਨੇ ਬੈਂਕ ਦੇ ਵਿੱਚ। ਸਰਕਾਰ ਨੇ ਉਹਨਾਂ ਬਾਰੇ ਕੁਝ ਵੀ ਨਹੀਂ ਸੋਚਿਆ ਹੋਇਆ। ਕਰੋਨਾ ਪੂਰੇ ਜ਼ੋਰ ਤੇ ਰੈਲੀਆਂ ਕਿਉਂ? ਹਾਏ ਰੱਬਾ, ਕਰੋਨਾ ਇੰਨੀ ਜ਼ਬਰਦਸਤ ਬਿਮਾਰੀ ਹੈ, ਦਿਨੋਂ ਦਿਨ ਜਿਹਨੂੰ ਚਿੰਬੜ ਜਾਵੇ ਉਹਨੂੰ ਤੇ ਬਾਹਲਾ ਹੀ ਤੰਗ ਕਰਦਾ, ਪਰ ਉਹਦੇ ਬਾਵਜੂਦ ਵੀ ਰੈਲੀਆਂ ਕੱਢੀਆਂ ਜਾ ਰਹੀਆਂ ਨੇ, ਕਿਉਂਕਿ ਇਲੈਕਸ਼ਨ ਸਿਰ ਤੇ ਹੈਗੇ ਆ। ਉਹ ਸਿਆਸੀ ਪਾਰਟੀ ਵਾਲੇ ਜਿਹੜੇ ਹੈਗੇ ਆ, ਪਤਾ ਨਹੀਂ ਕਰੋਨਾ ਨੂੰ ਕਿੱਦਾਂ ਪਤਾ ਹੈਗਾ ਕਿ ਮੈਂ ਇਹਨਾਂ ਨੂੰ ਨਹੀਂ ਚਿੰਬੜਨਾ। ਸੋ ਕਰੋਨਾ ਬੜਾ ਹੀ ਜ਼ਿਆਦਾ ਸਿਆਣਾ ਹੈਗਾ। ਸਰਕਾਰ ਦੇ ਕਮਾਊ ਪੁੱਤ ਸੜਕਾਂ ਤੇ ਕਿਉਂ? ਜਿਹੜੇ ਕਮਾਊ ਪੁੱਤ ਹੈਗੇ ਨੇ ਉਹ ਸੜਕਾਂ ਤੇ ਕਿਉਂ? ਮਸਲੇ ਹੋਰ ਵੀ ਹੈਗੇ ਨੇ, ਆਪਾਂ ਗੱਲਬਾਤ ਕਰਦੇ ਹਾਂ। ਸੁਖਮਨ ਧਾਲੀਵਾਲ ਜੀ ਮੇਰੇ ਨਾਲ ਹੈਗੇ ਨੇ। ਕੀ ਕਹਿਣਾ ਚਾਹੁੰਦੇ ਹੋ ਜੀ? ਇੱਕ ਤੇ ਤੁਹਾਡੀ ਸਮੱਸਿਆ ਆ ਹੈਗੀ ਆ ਬਈ ਤੁਹਾਨੂੰ ਬੱਸਾਂ ਤੁਹਾਡੀਆਂ ਚੱਲ ਰਹੀਆਂ, ਆਮਦਨ ਆ ਨਹੀਂ ਰਹੀ ਤੇ ਪੈਸੇ ਤੁਹਾਨੂੰ ਦੇਣੇ ਪੈਂਦੇ ਆ ਕਿਸ਼ਤਾਂ ਦੇ ਰੂਪ ਦੇ ਵਿੱਚ ਬੈਂਕਾਂ 'ਚ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਚੈਨਲ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਕਿ ਜਿਹੜਾ ਤੁਸੀਂ ਸਾਡੇ ਦਰਦ ਨੂੰ, ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ, ਮੈਂ ਬਹੁਤ-ਬਹੁਤ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਹਾਂ। ਤੇ ਜਿਹੜਾ ਤੁਸੀਂ ਸਵਾਲ ਕੀਤਾ ਕਿ ਆਮਦਨ ਕਿਤੇੋਂ ਆ ਨਹੀਂ ਰਹੀ ਤੇ ਸਮੱਸਿਆਵਾਂ ਸਾਡੀਆਂ ਕੀ ਹੈ ਕਿ ਪਿਛਲੇ ਕਿੰਨੇ ਲੰਬੇ ਸਮੇਂ ਤੋਂ ਸਕੂਲ ਜਿਹੜੇ ਬੰਦ ਪਏ ਆ। ਸਮੱਸਿਆ ਇਹ ਹੈ ਕਿ ਸਾਡੇ ਸਕੂਲ ਬੰਦ ਪਏ ਆ ਤੇ ਸਾਡੀ ਇਨਕਮ ਬਿਲਕੁਲ ਬੰਦ ਆ। ਅਸੀਂ ਮਤਲਬ ਜਿੰਨੇ ਵੀ ਮਿਡਲ ਕਲਾਸ ਫੈਮਿਲੀ ਕਹਿ ਲਓ ਜਾਂ ਗਰੀਬ ਵਰਗ ਵਾਲੇ ਕਹਿ ਲਓ, ਮਿਡਲ ਤੋਂ ਵੀ ਆਪਾਂ ਥੱਲੇ ਵਾਲੇ ਕੁਛ ਕਬੀਰ ਆਪਣੇ ਹੈਗੇ ਆ, ਹੈ ਨਾ। ਤੇ ਬੱਸਾਂ ਲੈਣ ਲਈ ਵੀ ਜਿਹੜੀ 18 ਲੱਖ ਦੀ ਇੱਕ ਬੱਸ ਆ, 16 ਲੱਖ ਦੀ ਇੱਕ ਬੱਸ ਆ। ਇੱਕ ਬੱਸ ਨਵੀਂ ਲੈਣ ਲਈ ਘੱਟੋ ਘੱਟ ਡਾਊਨ ਪੇਮੈਂਟ ਜਿਹੜੀ 6 ਲੱਖ ਰੁਪਈਆ ਜਾਂਦੀ ਆ। ਤੇ ਹੁਣ ਜਿਹਦੇ ਕੋਲ 6 ਲੱਖ ਹੈ ਨਹੀਂ, ਉਹ ਵਿਚਾਰੇ ਨੇ ਕਿਸੇ ਨੇ ਤਾਂ ਜ਼ਮੀਨ ਵੇਚੀ, ਕਿਸੇ ਨੇ ਕੁਛ ਵੇਚਿਆ, ਕਿਸੇ ਨੇ ਘਰਦਿਆਂ ਦੇ ਗਹਿਣੇ ਵੇਚ ਕੇ ਕਰਜ਼ੇ ਤੇ ਬੱਸਾਂ ਲੈ ਲਈਆਂ। 6 ਲੱਖ ਰੁਪਈਆ ਇਦਾਂ ਆਪਾਂ ਕਰ ਲੈਨੇ, ਬਾਕੀ ਜਿਹੜੀਆਂ ਉਹਦੀਆਂ ਕਿਸ਼ਤਾਂ ਲਾਈ ਜਾਵਾਂਗੇ। ਹੁਣ ਜੋ ਆਪਣੇ ਪੱਲੇ ਸੀ, ਜ਼ਮੀਨਾਂ ਪੱਲੇ ਸੀ, ਉਹ ਵੀ ਵਿਕ ਗਈਆਂ, ਗਹਿਣੇ ਗੱਟੇ ਪੱਲੇ ਸੀ, ਉਹ ਵੀ ਵਿਕ ਗਏ, ਤੇ ਜਿਹੜੀਆਂ ਕਿਸ਼ਤਾਂ ਸਾਡੀਆਂ ਜਾਣੀਆਂ ਸੀ ਉਹ ਬਿਲਕੁਲ ਕਿਸ਼ਤਾਂ ਰੁਕ ਗਈਆਂ। ਤੇ ਇਨਕਮ ਕਿਤੇ ਆ ਨਹੀਂ ਰਹੀ। ਸਰਕਾਰ ਨੂੰ ਇਹ ਚਾਹੀਦਾ ਸੀਗਾ ਕਿ ਜੇ ਆਪਾਂ ਇੱਕ ਪਾਸੇ ਇਨਕਮ ਬੰਦ ਕੀਤੀ ਆ ਇਹਨਾਂ ਦੀ, ਤੇ ਸਾਡੇ ਜਿੰਨੇ ਵੀ ਬੱਸਾਂ ਦੇ ਖਰਚੇ ਆ ਜਿਹੜੇ ਸਰਕਾਰ ਸਾਡੇ ਕੋਲੋਂ ਲੈਂਦੀ ਆ, ਉਹ ਚਾਹੇ ਟੈਕਸ ਆ, ਚਾਹੇ ਉਹ ਇੰਸ਼ੋਰੈਂਸ ਆ, ਚਾਹੇ ਪਾਸਿੰਗ ਆ ਗੱਡੀਆਂ ਦੀ, ਉਹ ਸਾਰੀਆਂ ਖਰਚੇ ਜਿਹੜੇ ਜਿਉਂ ਦੇ ਤਿਉਂ ਸਾਡੇ ਲਗਾਤਾਰ ਸਾਡੇ ਤੇ ਪੈ ਰਹੇ। ਸਰਕਾਰ ਨੂੰ ਚਾਹੀਦਾ ਜੇ ਸਕੂਲ ਬੰਦ ਕੀਤੇ ਆ ਤੇ ਉਹ ਸਾਡੇ ਖਰਚੇ ਵੀ ਬਿਲਕੁਲ ਬੰਦ ਹੋਣੇ ਚਾਹੀਦੇ ਸੀ। ਉਲਟਾ ਹੋਇਆ ਕੀ ਆ ਕਿ ਸਕੂਲ ਬੰਦ ਹੋਣ ਤੋਂ ਬਾਅਦ ਵੀ ਉਹ ਖਰਚੇ ਪਈ ਜਾਂਦੇ ਆ, ਉਹ ਸਾਡੇ ਕੋਲੋਂ ਪੈਸੇ ਦੇ ਨਹੀਂ ਹੁੰਦੇ ਤੇ ਉਹਨਾਂ ਦੇ ਉੱਪਰ ਵਿਆਜ ਤੇ ਵਿਆਜ ਪਈ ਜਾ ਰਹੇ ਆ, ਉਹਨਾਂ ਦੇ ਉੱਤੇ ਪੈਨਲਟੀਆਂ ਤੇ ਪੈਨਲਟੀਆਂ ਪਈ ਜਾ ਰਹੀਆਂ ਆ। ਇਹ ਤਾਂ ਹੋ ਗਈ ਸਰਕਾਰ ਦੀ ਗੱਲ। ਤੇ ਦੂਜਾ ਅਸੀਂ ਪ੍ਰਾਈਵੇਟ ਫਾਈਨਾਂਸਰਾਂ ਦੇ ਕੋਲੋਂ ਜਿਹੜੇ ਆਪਣੇ ਕਰਜ਼ੇ ਲੈ ਕੇ ਬੱਸਾਂ ਲਈਆਂ ਆ, ਉਹ ਫਾਈਨਾਂਸਰ ਸਾਨੂੰ ਇੰਨਾ ਕਿ ਹਰਾਸ ਕਰ ਰਹੇ ਆ ਜਿਹੜਾ ਅਸੀਂ ਸ਼ਬਦਾਂ ਵਿੱਚ ਬੋਲ ਕੇ ਬਿਆਨ ਨਹੀਂ ਕਰ ਸਕਦੇ। ਇਸੇ ਦੁੱਖੋਂ ਉਹ ਕੀ ਹੁੰਦਾ ਹੈ ਕਿ 3 ਕਿਸ਼ਤਾਂ ਜਿਹੜੀ ਗੱਡੀ ਦੀਆਂ ਟੁੱਟ ਜਾਂਦੀਆਂ, ਚੌਥੀ ਕਿਸ਼ਤ ਤੇ ਉਹ ਅਗਲੇ ਬਾਉਂਸਰ ਜੇ ਲੈ ਕੇ, ਗੁੰਡੇ ਬਦਮਾਸ਼ ਲੈ ਕੇ ਬੈਂਕਾਂ ਵਾਲੇ ਜਿਹੜੇ ਆ ਉਹ ਗੱਡੀਆਂ ਚੱਕਣ ਆ ਜਾਂਦੇ ਆ। ਤੇ ਹੁਣ ਸਾਰੇ ਹੀ ਅੱਜ ਕੱਲ੍ਹ ਤੁਹਾਨੂੰ ਪਤਾ ਬਿਮਾਰੀਆਂ ਦੇ ਮਾਰੇ ਉਹ ਬਹੁਤ ਸਾਰੇ 5-6 ਵੀਰ ਜਿਹੜੇ ਸਾਡੇ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਉਹ ਵਿਚਾਰੇ ਹਾਰਟ ਅਟੈਕ ਨਾਲ ਹੀ ਮਰ ਗਏ। ਜਿਹੜੇ ਉਹਨਾਂ ਨੂੰ ਫੋਨ ਆਉਂਦਾ ਸੀ ਵੀ ਤੁਹਾਡੀ ਗੱਡੀ ਚੱਕਣ ਆਉਣ ਲੱਗੇ ਆ, ਤੁਸੀਂ ਆਪਣੇ ਪੇਪਰ ਬਾਹਰ ਰੱਖੋ, ਕੱਢ ਕੇ ਰੱਖੋ, ਤੇ ਉਹ ਬੰਦੇ ਸੁਣ ਕੇ ਹੀ ਹਾਰਟ ਅਟੈਕ ਹੋ ਗਏ। 5-6 ਬੰਦੇ ਮਰੇ ਆ ਲੁਧਿਆਣੇ ਏਰੀਏ 'ਚ ਇਸੇ ਦਰਦ ਕਰਕੇ। ਤੇ ਸਾਡੀਆਂ ਯੂਨੀਅਨਾਂ ਨੇ ਵੀ, ਸਾਰਿਆਂ ਨੇ ਅਸੀਂ ਰਲ ਕੇ ਇਕੱਠੇ ਹੋ ਕੇ ਬਹੁਤ ਵਾਰੀ ਜਿਹੜਾ ਆ ਸਰਕਾਰ ਨੂੰ ਮੰਗ ਪੱਤਰ ਦਿੱਤਾ। ਕਾਂਗਰਸ ਸਰਕਾਰ ਨੇ ਸਾਡੀ ਇੱਕ ਨਹੀਂ ਸੁਣੀ। ਕਦੀ ਆਪਾਂ ਧਰਨੇ ਰੈਲੀਆਂ ਲੈ ਕੇ ਡੀਸੀ ਸਾਹਿਬ ਕੋਲ ਜਾਂਦੇ ਸੀ ਮੰਗ ਪੱਤਰ ਦੇਣ, ਕਦੀ ਅਸੀਂ ਆਪਣੇ ਜਿਹੜੇ ਮੰਤਰੀਆਂ ਦੇ ਕੋਲ ਜਾਂਦੇ ਸੀ, ਆਪਣੇ ਏਰੀਏ ਦੇ ਐਮਐਲਏਆਂ ਕੋਲ ਜਾਂਦੇ ਸੀ। ਸਾਰੇ ਸਾਡੇ ਕੋਲੋਂ ਕਾਗਜ਼ ਦਾ ਟੁਕੜਾ ਫੜ ਕੇ ਰੱਖ ਲੈਂਦੇ ਸੀ। ਸਾਨੂੰ ਲੱਗਦਾ ਵੀ ਜਿੱਦਾਂ ਹੀ ਅਸੀਂ ਬਾਹਰ ਨਿਕਲਦੇ ਉਹ ਪਾੜ ਕੇ ਸਿੱਟ ਦਿੰਦੇ ਹੋਣਗੇ। ਸਾਡਾ ਕਿਸੇ ਨੇ ਦਰਦ ਨਹੀਂ ਸਮਝਿਆ, ਸਾਡੀ ਕਿਸੇ ਨੇ ਆਵਾਜ਼ ਨਹੀਂ ਸੁਣੀ। ਇਹ ਤੁਹਾਡੀ ਸਮੱਸਿਆ ਹੈ ਨਾ ਜੀ। ਕੋਈ ਹੋਰ ਅੱਛਾ ਤੁਹਾਡੀ ਜਾਣਕਾਰੀ 'ਚ ਹੈ ਵੀ ਜਿਹੜੇ ਸਕੂਲਾਂ ਦੇ ਬੱਚੇ ਹੈਗੇ ਆ, ਭਈ ਸਕੂਲਾਂ ਵਾਲੇ ਬੱਚਿਆਂ ਦੇ ਕੋਲੋਂ ਪੈਸੇ ਉਗਰਾਉਂਦੇ ਆ ਭਲਾ ਸਕੂਲ ਬੱਸਾਂ ਦੇ? ਹਾਂਜੀ, ਇਹ ਮਸਲਾ ਇਦਾਂ ਹੈ ਜੀ। ਇੱਕ ਪਹਿਲਾਂ ਉਗਰਾਉਂਦੇ ਸੀਗੇ, ਕੋਸ਼ਿਸ਼ ਕਰਦੇ ਸੀ ਵੀ ਜੇ ਕੋਈ ਦਿੰਦਾ ਹੈ ਤਾਂ ਉਹਦੇ ਕੋਲੋਂ ਲੈ ਲਈਏ, ਪਰ ਇਹਨਾਂ ਦੇ ਸਿੱਖਿਆ ਮੰਤਰੀ ਉਦੋਂ ਸਿੰਗਲਾ ਸਾਹਿਬ ਸੀਗੇ। ਸਿੰਗਲਾ ਸਾਹਿਬ ਦਾ ਇੱਕ ਬਹੁਤ ਹੀ ਘਟੀਆ ਬਿਆਨ ਆਇਆ ਸੀਗਾ, ਮੈਂ ਤਾਂ ਘਟੀਆ ਹੀ ਕਹੂੰਗਾ ਇਹਨੂੰ। ਉਹਨਾਂ ਦਾ ਇੱਕ ਸਿੱਖਿਆ ਮੰਤਰੀ ਸੀਗੇ, ਉਹਨਾਂ ਦਾ ਬਿਆਨ ਆਇਆ ਸੀ ਕਿ ਜਿਹੜੀ ਸੇਵਾ ਅਸੀਂ ਦੇ ਨਹੀਂ ਰਹੇ ਉਸ ਸੇਵਾ ਦਾ ਅਸੀਂ ਫਲ ਵੀ ਨਹੀਂ ਲੈ ਸਕਦੇ। ਕਹਿਣ ਦਾ ਭਾਵ ਕਿ ਜੇ ਤੁਸੀਂ ਸਕੂਲ ਬੱਸਾਂ ਦੇ ਵਿੱਚ ਬੱਚੇ ਨਹੀਂ ਢੋ ਰਹੇ ਤੇ ਤੁਸੀਂ ਉਹਨਾਂ ਦੇ ਪੈਸੇ ਵੀ ਨਹੀਂ ਲੈ ਸਕਦੇ। ਜੇ ਉਹਨਾਂ ਦਾ ਇੰਨਾ ਬਿਆਨ ਆਇਆ ਸੀ ਤੇ ਨਾਲ ਲੱਗਦਾ ਉਹਨੂੰ ਆਪਣੀ ਸਰਕਾਰ ਨੂੰ ਇਹ ਵੀ ਕਹਿਣਾ ਚਾਹੀਦਾ ਸੀ ਵੀ ਜੇ ਉਹ ਬੱਚਿਆਂ ਨੂੰ ਪੈਸੇ ਨਹੀਂ ਲੈਣੇ ਉਹਨੇ ਬੱਸਾਂ ਵਾਲਿਆਂ ਨੇ ਬੱਚਿਆਂ ਕੋਲੋਂ, ਤੇ ਅਸੀਂ ਵੀ ਬੱਸਾਂ ਵਾਲਿਆਂ ਕੋਲੋਂ ਟੈਕਸ ਨਾ ਲਈਏ, ਅਸੀਂ ਵੀ ਉਹਨਾਂ ਦੇ ਕੋਲੋਂ ਪਾਸਿੰਗ ਦੇ ਪੈਸੇ ਨਾ ਲਈਏ, ਅਸੀਂ ਵੀ ਉਹਨਾਂ ਨੂੰ ਪੈਨਲਟੀਆਂ ਦੇ ਚਾਰਜ ਨਾ ਪਾਈਏ। ਮੈਂ ਇੱਕ ਛੋਟੀ ਜਿਹੀ ਇੱਕ ਐਗਜ਼ਾਮਪਲ ਦਿੰਦਾ। ਆਪਣੀ ਬੈਂਕਾਂ ਵਾਲੇ ਕੀ ਕਰਦੇ ਪਏ ਆ, ਮੇਰੀਆਂ ਲੋਕਡਾਊਨ ਤੋਂ ਪਹਿਲਾਂ ਸਿਰਫ ਇੱਕ ਗੱਡੀ ਦੀਆਂ 9 ਕਿਸ਼ਤਾਂ ਰਹਿ ਗਈਆਂ ਸੀ। 25,000 ਦੀ ਇੱਕ ਕਿਸ਼ਤ ਆ, 9 ਕਿਸ਼ਤਾਂ ਰਹਿ ਗਈਆਂ ਸੀ। ਸਮਥਿੰਗ 2 ਤੋਂ 2.5 ਲੱਖ ਰੁਪਈਆ ਮੇਰਾ ਸਿਰਫ ਬਕਾਇਆ ਸੀ। ਤੇ ਉਹ ਲੋਕਡਾਊਨ ਦੇ ਦੌਰਾਨ ਮੈਂ ਪਤਾ ਨਹੀਂ ਕਿਤੇੋਂ ਨਾ ਕਿਤੇੋਂ ਸਾਧਨ ਜਟਾ ਕੇ ਕਿਸ਼ਤਾਂ ਦਿੰਦਾ ਵੀ ਰਿਹਾ ਆ। ਮਤਲਬ 3 ਮਹੀਨੇ 4 ਮਹੀਨੇ 5 ਮਹੀਨੇ ਦਿੰਦੇ ਰਹੇ ਆ, ਮਤਲਬ ਕਿਸ਼ਤਾਂ ਮਹੀਨੇ ਪਿੱਛੋਂ 2 ਮਹੀਨੇ ਪਿੱਛੋਂ। ਤੇ ਉਹ ਕਿਸ਼ਤਾਂ ਦੇਣ ਦੇ ਬਾਵਜੂਦ ਵੀ
ਜਿਹੜੀਆਂ ਮੇਰੀਆਂ 9 ਕਿਸ਼ਤਾਂ ਸੀ ਅੱਜ ਦੀ ਡੇਟ ਦੇ ਵਿੱਚ ਉਹ 24 ਕਿਸ਼ਤਾਂ ਬਣ ਗਈਆਂ। 6 ਲੱਖ ਰੁਪਈਆ ਬਣ ਗਿਆ। ਕਿੱਥੇ ਮੇਰਾ 2.5 ਲੱਖ ਰੁਪਈਆ ਸੀ, ਕਿੱਥੇ 6 ਲੱਖ ਰੁਪਈਆ ਬਣ ਗਿਆ। ਉਹ 4.5 ਲੱਖ ਰੁਪਈਆ ਜਿਹੜਾ ਉਹਦਾ ਜ਼ਿੰਮੇਵਾਰ ਕੌਣ ਆ? ਕਿਹਦੀ ਗਲਤੀ ਨਾਲ ਉਹ 4.5 ਲੱਖ ਰੁਪਈਆ ਪਿਆ? ਵਾਕਈ ਜੀ ਮੈਨੂੰ ਲੱਗਦਾ ਕਿ ਜਿਹੜਾ 4.5 ਲੱਖ ਰੁਪਈਆ ਕਿਹਦੀ ਗਲਤੀ ਨਾਲ ਪਿਆ ਉਹਦਾ ਜ਼ਿੰਮੇਵਾਰ ਕੌਣ ਹੈ? ਆ ਜਿਹੜੇ ਪਿੱਛੇ ਸਵਾਲ ਲਿਖੇ ਹੋਏ ਆ ਉਹਨਾਂ ਸਵਾਲਾਂ ਤੋਂ ਇਲਾਵਾ ਇੱਕ ਆ ਜਿਹੜਾ ਸਵਾਲ ਹੈਗਾ ਵੀ ਇਹਦਾ ਜ਼ਿੰਮੇਵਾਰ ਕੌਣ ਹੈ? 4.5 ਲੱਖ ਰੁਪਏ ਜਿਹੜਾ ਵਾਧੂ ਬਣ ਗਿਆ, 2 ਦਾ 6.5 ਬਣ ਗਿਆ, 4.5 ਦਾ ਜ਼ਿੰਮੇਵਾਰ ਕੌਣ ਹੈ? ਇਹਦਾ ਜਵਾਬ ਕੌਣ ਦਊਗਾ? ਕੀ ਸਰਕਾਰ ਇਹਦਾ ਜਵਾਬ ਦਊਗੀ? ਵੀਰ ਮੇਰੇ ਨਾਲ ਹੋ ਰਹੇ ਹੈਗੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਹੱਲ ਕੀ ਹੈਗਾ? ਕੀ ਲੱਗਦਾ ਤੁਹਾਨੂੰ ਵੀ ਕੀ ਹੱਲ ਹੋਣਾ ਚਾਹੀਦਾ? ਭਾਜੀ ਦੇਖੋ, ਹੱਲ ਤਾਂ ਸਰਕਾਰਾਂ ਨੂੰ ਖੁਦ ਸੋਚਣਾ ਚਾਹੀਦਾ। ਜਦੋਂ ਵੀ ਇਹ ਕਰੋਨਾ ਦੇ ਨਾਂ ਦੇ ਉੱਤੇ ਸਭ ਤੋਂ ਪਹਿਲਾਂ ਸਕੂਲਾਂ ਨੂੰ ਟਾਰਗੇਟ ਕਰਦੇ ਆ ਜੀ। ਮੌਲ ਖੁੱਲੇ ਆ, ਜਿਮ ਖੁੱਲੇ ਆ, ਸਾਰਾ ਕੁਝ ਖੁੱਲਾ ਪਿਆ ਆ, ਹਰ ਚੀਜ਼ ਖੁੱਲੀ ਪਈ ਆ। ਕਿਉਂ ਸਕੂਲਾਂ ਦੀ ਬੱਚਿਆਂ ਦੀ ਐਜੂਕੇਸ਼ਨ ਦੇ ਉੱਤੇ ਕਿਉਂ ਇਹ ਸਰਕਾਰ ਪਈ ਆ? ਇਹਦੀ ਪਾਲਿਸੀ ਬਾਰੇ ਅਸੀਂ ਨਹੀਂ ਜਾਣ ਰਹੇ, ਪਰ ਸਰਕਾਰਾਂ ਨੂੰ ਚਾਹੀਦਾ ਆ ਵੀ ਜੇ ਬਾਕੀ ਸਾਰਾ ਕੁਝ ਖੁੱਲ ਸਕਦਾ ਆ, ਤਰੀਕੇ ਨਾਲ ਖੁੱਲ ਸਕਦਾ, ਤੇ ਸਕੂਲ ਵੀ ਤਰੀਕੇ ਨਾਲ ਖੁੱਲ ਸਕਦੇ ਆ। ਸਭ ਤੋਂ ਵੱਡੀਆਂ ਬਿਲਡਿੰਗਾਂ ਸਕੂਲਾਂ ਦੀਆਂ ਆ, ਕਿਉਂਕਿ ਜੇ ਆਪਾਂ 1 ਬਾਈ 1 ਕਲਾਸ ਕਰਕੇ ਵੀ ਥੋੜੇ ਬੱਚੇ ਸੱਦੀਏ ਤਾਂ ਸਕੂਲ ਰੈਗੂਲਰ ਖੁੱਲ ਸਕਦੇ ਆ। ਪਰ ਸਰਕਾਰਾਂ ਦੀ ਨੀਤੀ ਬਾਰੇ ਕੁਝ ਨਹੀਂ ਜਾਣੂ ਕਿ ਸਰਕਾਰ ਇਹ ਕੀ ਕਰਨਾ ਚਾਹੁੰਦੀ ਆ, ਕਿਉਂ ਬੱਚਿਆਂ ਨੂੰ ਅਨਪੜ੍ਹਤਾ ਵੱਲ ਧੱਕ ਰਹੀ ਆ। ਕਿਉਂਕਿ ਪ੍ਰਵਾਸੀ ਬੱਚੇ ਸਾਡੇ ਕੋਲ ਇੱਥੇ ਆਏ ਸੀ, ਉਹਨਾਂ ਨੂੰ ਝੁੱਗੀਆਂ ਦੇ ਵਿੱਚ ਜਾ ਕੇ ਪੜ੍ਹਾਉਣ ਦੇ ਯਤਨ ਕੀਤੇ ਸਰਕਾਰਾਂ ਨੇ ਵੀ ਪੜ੍ਹੇਗਾ ਇੰਡੀਆ ਤੋਂ ਬੜੇਗਾ ਇੰਡੀਆ। ਪਰ ਹੁਣ ਸਰਕਾਰ ਦਾ ਪਤਾ ਨਹੀਂ ਕੀ ਮੰਤਵ ਆ ਗਿਆ, ਅਨਪੜ੍ਹ ਰਹੇਗਾ ਇੰਡੀਆ ਤੋਂ ਬੜੇਗਾ ਇੰਡੀਆ। ਹੁਣ ਸਾਨੂੰ ਇਹ ਨਹੀਂ ਪਤਾ ਵੀ ਅਨਪੜ੍ਹ ਰੱਖ ਕੇ ਵਧਾਉਣਾ ਚਾਹੁੰਦੇ ਆ ਜਾਂ ਪੜ੍ਹਿਆ ਲਿਖਿਆ ਨੂੰ ਰੱਖਣਾ ਨਹੀਂ ਚਾਹੁੰਦੇ। ਸੋ ਬੱਚੇ ਤਾਂ ਪਹਿਲੇ ਸਾਡੇ ਬੇਰੁਜ਼ਗਾਰ ਆ, ਕੰਮ ਸਾਡੇ ਕੋਲ ਪਹਿਲਾਂ ਹੈ ਨਹੀਂ। ਜੇ ਅਸੀਂ ਆਪਣਾ ਰੁਜ਼ਗਾਰ, ਆਪਣਾ ਪੈਸਾ ਖਰਚ ਕੇ ਖੁਦ ਕੰਮ ਕਰ ਰਹੇ ਆ, ਉਹਦੇ ਵੀ ਕੰਮ ਕਰਨ ਦੇ ਬਾਵਜੂਦ ਸਰਕਾਰਾਂ ਨੂੰ ਅਸੀਂ ਪੈਸਾ ਪੇ ਕਰਦੇ ਆ, ਟੈਕਸ ਪੇ ਕਰਦੇ ਆ, ਉਹ ਸਾਡੇ ਕੋਲ ਸਾਡਾ ਕੰਮ ਵੀ ਖੋ ਰਹੇ ਆ। ਨੌਕਰੀਆਂ ਤਾਂ ਇਹਨਾਂ ਨੇ ਕੀ ਦੇਣੀਆਂ? ਜਿਹੜੇ ਸਾਡੇ ਰੁਜ਼ਗਾਰ ਆ ਸਾਨੂੰ ਵੀ ਘਰ ਬਾਹਰ ਰਹੇ ਆ। ਸੋ ਇਹ ਸਰਕਾਰਾਂ ਦੀਆਂ ਨੀਤੀਆਂ ਬਾਰੇ ਇਹ ਸਰਕਾਰਾਂ ਹੀ ਜਾਣਦੀਆਂ ਵੀ ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਆ, ਵੀ ਕਿਉਂ ਐਡਾ ਧੱਕਾ ਕਰ ਰਹੀ ਆ ਸਰਕਾਰ। ਅੱਛਾ, ਹੁਣ ਜੇ ਤੁਹਾਡੀ ਆਵਾਜ਼ ਨਹੀਂ ਸੁਣੀ ਜਾਂਦੀ, ਸਰਕਾਰ ਦੇ ਬੋਲੇ ਕੰਨਾਂ ਤੱਕ ਜੇ ਤੁਹਾਡੀ ਆਵਾਜ਼ ਜਾਂਦੀ ਆ, ਮੰਨ ਲਓ ਉਹ ਨਹੀਂ ਸੁਣਵਾਈ ਕਰਦੀ, ਤੁਹਾਡੇ ਮਸਲਿਆਂ ਦਾ ਹੱਲ ਨਹੀਂ ਕਰਦੀ, ਫਿਰ ਤੁਹਾਡਾ ਅਗਲਾ ਪ੍ਰੋਗਰਾਮ ਕੀ? ਦੇਖੋ, ਸਾਡਾ 21 ਤੋਂ ਲੈ ਕੇ 25 ਤੱਕ ਤਾਂ ਸਰਕਾਰ ਨੂੰ ਅਲਟੀਮੇਟਮ ਸੀ। ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ ਤੇ ਸ਼ਾਂਤਮਈ ਤਰੀਕੇ ਨਾਲ ਬੈਠੇ ਰਵਾਂਗੇ। ਸਾਡਾ ਨਹੀਂ ਦਿਲ ਕਰਦਾ ਵੀ ਸਾਡਾ ਕੋਈ ਸੱਜਣ ਮਿੱਤਰ ਰੋਡ ਤੇ ਜਾਵੇ, ਆਪਾਂ ਰੋਡ ਬੰਦ ਕਰਕੇ ਉਹਨਾਂ ਭਰਾਵਾਂ ਨੂੰ ਰੋਕੀਏ ਵੀ ਅਸੀਂ ਤੁਹਾਨੂੰ ਵਿਆਹ ਨਹੀਂ ਜਾਣ ਦੇਣਾ, ਜਾਂ ਤੁਹਾਡਾ ਕੋਈ ਮਰੀਜ਼ ਆ ਹਸਪੀਟਲ ਨਹੀਂ ਜਾਣ ਦੇਣਾ, ਜਾਂ ਕਿਸੇ ਤਰ੍ਹਾਂ ਦਾ ਅਸੀਂ ਆਪਣੇ ਭਰਾ ਜਾਂ ਕਿਸੇ ਰਾਹਗੀਰ ਨੂੰ ਪਰੇਸ਼ਾਨੀ ਦਈਏ। ਅਗਰ ਜੇ ਸਰਕਾਰ ਇਹ ਗੂੰਗੀ ਬੋਲੀ ਇਸੇ ਤਰ੍ਹਾਂ ਬਣੀ ਰਹੀ, ਪ੍ਰਸ਼ਾਸਨ ਗੂੰਗਾ ਬੋਲਾ ਇਸੇ ਤਰ੍ਹਾਂ ਬਣਿਆ ਰਿਹਾ, ਕਿਉਂਕਿ ਪਰਸੋਂ 26 ਜਨਵਰੀ ਆ, 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਅਸੀਂ ਗਣਤੰਤਰ ਦਿਵਸ ਆ, ਅਸੀਂ ਉਹਨੂੰ ਫਿਰ ਵੀ ਜੋ ਆ ਕਾਲਾ ਦਿਵਸ ਮੰਨ ਕੇ ਅਸੀਂ ਉਹਨੂੰ ਮਨਾਵਾਂਗੇ। ਅਗਰ ਸਰਕਾਰ ਇਹਨੂੰ ਲਾਈਟਲੀ ਲਈ ਜਾਂਦੀ ਆ ਵੀ ਚਲੋ ਇਹ ਬੱਸਾਂ ਵਾਲੇ ਆ ਜਾਂ ਘਰ ਪਰਿਵਾਰ ਵਾਲੇ ਉੱਦੇ ਬੈਠੇ ਆ, ਤੇ 26 ਤਰੀਕ ਸ਼ਾਮ ਤੋਂ ਬਾਅਦ ਇਹ ਸੰਘਰਸ਼ ਪੂਰੇ ਪੰਜਾਬ ਭਰ ਦੇ ਵਿੱਚ ਐਸਾ ਤਿੱਖਾ ਮੋੜ ਲਏਗਾ, ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਔਰ ਇਹ ਸਰਕਾਰ ਹੋਊਗੀ। 26 ਤਰੀਕ ਨੂੰ ਕਾਲੇ ਦਿਨ ਵਜੋਂ ਤੁਸੀਂ ਮਨਾਓਗੇ 26 ਜਨਵਰੀ ਨੂੰ, ਤੇ ਕਿੱਥੋਂ ਸ਼ੁਰੂ ਕਰੋਗੇ ਤੁਸੀਂ? ਕਿਹੜੀ ਜਗ੍ਹਾ ਤੋਂ ਤੇ ਕੀ ਪ੍ਰੋਗਰਾਮ ਹੈਗਾ? ਕਿਵੇਂ ਕਰੋਗੇ ਸਾਰਾ ਕੁਝ? ਜਿਹੜਾ 26 ਤਰੀਕ ਦਾ ਅਸੀਂ ਪ੍ਰੋਗਰਾਮ ਰੱਖਿਆ, ਸਾਡਾ ਜਿਹੜਾ ਸੰਘਰਸ਼ ਆ ਭਾਜੀ ਹੁਣੀ ਜਿੱਦਾਂ ਤੁਹਾਨੂੰ ਦੱਸਿਆ ਵੀ 21 ਤੋਂ 25 ਤੱਕ ਜਿਹੜਾ ਉਹ ਸਾਡਾ ਸ਼ਾਂਤਮਈ ਰੋਸ ਪ੍ਰਦਰਸ਼ਨ ਸੀ ਵੀ ਆਪਾਂ ਸੜਕਾਂ ਤੇ ਗੱਡੀਆਂ ਲਾ ਕੇ 5 ਪੁਆਇੰਟਾਂ ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਬੈਠੇ ਆ। ਤੇ ਜਿਹੜਾ 25 ਤੋਂ ਅਗਲਾ 26 ਤਰੀਕ ਤੋਂ ਆਪਾਂ ਸੰਘਰਸ਼ ਤਿੱਖਾ ਕਰਨ ਦੀ ਕਾਲ ਦਿੱਤੀ ਸੀ, ਪਰ ਅਸੀਂ ਫਿਰ ਵੀ ਕਹਿ ਲਓ ਵੀ ਸਮਝਦੇ ਇਸ ਗੱਲ ਨੂੰ ਵੀ 26 ਜਨਵਰੀ ਨੂੰ ਜੇ ਆਪਾਂ ਇਹਨਾਂ ਨੂੰ ਉਹ ਕੁਝ ਕਰਦੇ ਹਾਂ ਇੱਦਾਂ ਤਾਂ ਸਾਡੀ ਜ਼ਮੀਰ ਕਹਿ ਲਓ ਵੀ ਆਗਿਆ ਇਜਾਜ਼ਤ ਨਹੀਂ ਦਿੰਦੀ। ਪਰ ਫਿਰ ਵੀ ਅਸੀਂ ਉਹਨੂੰ ਜਿਹੜਾ ਆ ਥੋੜ੍ਹਾ ਜਿਹਾ ਸੇਕ ਇਹਨੂੰ ਪ੍ਰਸ਼ਾਸਨ ਨੂੰ ਦੇਣਾ ਸ਼ੁਰੂ ਕਰ ਦਿਆਂਗੇ। ਅਸੀਂ ਜਿਹੜੀ ਆਮ ਪਬਲਿਕ ਦੇ ਕੋਲੋਂ ਮਾਫੀ ਚਾਹੁੰਦੇ ਆ ਵੀ ਤੁਹਾਨੂੰ ਪਰੇਸ਼ਾਨੀ ਹੋਊਗੀ ਇਹਦੇ ਨਾਲ, ਕਿਉਂਕਿ ਜੇ ਤੁਹਾਨੂੰ ਆਪਾਂ ਪਰੇਸ਼ਾਨੀ ਦੇਵਾਂਗੇ ਤਾਂ ਹੀ ਇਹ ਸਰਕਾਰਾਂ ਦੇ ਸ਼ਾਇਦ ਕੰਨ ਖੁੱਲਣਗੇ। ਕਿਉਂਕਿ ਪਿਆਰ ਨਾਲ ਅਸੀਂ 5 ਦਿਨ ਬਹਿ ਕੇ ਦੇਖ ਲਿਆ, ਸਾਡੇ ਕੋਲ ਇੱਥੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਹੈ। ਕੀ ਕਰੋਗੇ? ਉਦੋਂ ਜਿਹੜਾ 26 ਤਰੀਕ ਦਾ ਉਦੋਂ ਨੂੰ ਆਪਾਂ ਕੰਮ ਥੋੜ੍ਹਾ ਜਿਹਾ ਠੰਡਾ ਹੀ ਰੱਖਾਂਗੇ। 25 ਤਰੀਕ ਤੋਂ ਪਹਿਲਾਂ ਨਾਲੋਂ ਜਿਹੜਾ ਉਹ ਥੋੜ੍ਹਾ ਜਿਹਾ ਗਰਮ ਕਰਾਂਗੇ, ਤੇ 26 ਤਰੀਕ ਨੂੰ ਕਹਿ ਲਓ ਵੀ ਆਪਾਂ 10 ਮਿੰਟ ਦਾ 20 ਮਿੰਟ ਦਾ ਜਾਂ ਅੱਧੇ ਘੰਟੇ ਦਾ ਆਪਾਂ ਡਿਸਕਸ਼ਨ ਕਰਕੇ 25 ਤਰੀਕ ਸ਼ਾਮ ਨੂੰ ਇਹ ਫੈਸਲਾ ਲੈਣਾ ਵੀ 26 ਨੂੰ ਕਰਾਂਗੇ ਕੀ, ਉਹ ਬਿਆਨ ਤੁਹਾਨੂੰ ਅਗਲਾ ਦੇ ਦਿਆਂਗੇ। ਪਰ ਇਹ ਹੈ ਕਿ 26 ਤਰੀਕ ਨੂੰ ਵੀ ਵਿਰੋਧ ਦੇ ਰੂਪ ਵਿੱਚ ਮਨਾਇਆ ਜਾਊਗਾ, ਕਿਉਂਕਿ ਬਾਕੀਆਂ ਲਈ ਆਜ਼ਾਦੀ ਹੋ ਸਕਦੀ ਆ ਪਰ ਸਾਡੇ ਲਈ ਇਹ ਬਹੁਤ ਵੱਡੀ ਗੁਲਾਮੀ ਆ। ਜ਼ਰੂਰ, ਤੁਸੀਂ ਸੁਣੀਆਂ ਜੀ ਗੱਲਾਂ ਬਾਤਾਂ। ਮੇਰੇ ਨਾਲ ਪਿੱਛੇ ਕਿਸਾਨ ਆਗੂ ਵੀ ਹੈਗੇ ਨੇ ਜਿਹੜੇ, ਆਪਾਂ ਥੋੜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕਿੰਨੇ ਜ਼ਿਆਦਾ ਮਸਲੇ ਹੈਗੇ। ਤੁਸੀਂ ਦੇਖੋ 26 ਜਨਵਰੀ ਦਾ ਦਿਨ ਕਾਲੇ ਦਿਨ ਵਜੋਂ ਮਨਾਇਆ ਜਾਊਗਾ। ਕਾਲੇ ਦਿਨ ਵਜੋਂ ਕਿਉਂ ਮਨਾਇਆ ਜਾਊਗਾ ਉਹਦੀ ਵਜ੍ਹਾ ਤੁਸੀਂ ਸੁਣੀ ਲਈ ਹੈਗੀ ਹੈ। ਇਕੱਲੀ ਇੱਕ ਇਹ ਵਜ੍ਹਾ ਨਹੀਂ ਹੈਗੀ, ਇਦੋਂ ਜ਼ਿਆਦਾ ਕਾਰਨ ਬਹੁਤ ਜ਼ਿਆਦਾ ਹੈਗਾ। 26 ਜਨਵਰੀ ਨੂੰ ਕਾਲੇ ਦਿਨ ਵਜੋਂ ਜਿਹੜੇ ਲੋਕ ਮਨਾਉਂਦੇ ਆ, ਕਿਉਂ ਮਨਾਉਂਦੇ ਆ? ਸਿੱਖਾਂ ਦੇ ਕੋਲ ਇਹਦੇ ਵਾਸਤੇ ਕਹਿਣ ਵਾਸਤੇ ਬਹੁਤ ਕੁਛ ਹੈ। ਇੱਕ ਸਿੱਖ ਪੱਤਰਕਾਰ ਹੋਣ ਦੇ ਨਾਤੇ ਮੇਰੇ ਕੋਲ ਕਹਿਣ ਵਾਸਤੇ ਬਹੁਤ ਕੁਛ ਹੈ।
ਸੋ ਜਿਹੜਾ ਮਸਲਾ ਹੈਗਾ ਇਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਆਉਂਦੇ ਸਮੇਂ ਵਿੱਚ ਦੱਸਾਂਗੇ ਥੋੜ੍ਹਾ ਜਿਹਾ ਠੰਡਾ ਰੱਖ ਕੇ, ਪਰ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਇਸ ਬੰਨੇ ਜ਼ਰੂਰ ਧਿਆਨ ਦੇਣਾ ਚਾਹੀਦਾ, ਕਿਉਂਕਿ ਆਮ ਲੋਕਾਂ ਨੂੰ ਹੀ ਪਰੇਸ਼ਾਨ ਕਰ ਰਹੇ ਨੇ, ਪਰ ਸਰਕਾਰ ਦੇ ਕੰਨਾਂ ਤੱਕ ਤਦ ਵੀ ਕੋਈ ਜੂੰ ਨਹੀਂ ਸਰਕਦੀ। ਮੈਨੂੰ ਲੱਗਦਾ ਕਿ ਆਮ ਲੋਕਾਂ ਨੂੰ ਵੀ ਜ਼ਰੂਰ ਸੋਚਣਾ ਚਾਹੀਦਾ, ਜਦੋਂ ਇਹਨਾਂ ਦਾ ਮਸਲਾ ਹੈਗਾ ਤਾਂ ਦਰਸ਼ਕਾਂ ਨੂੰ ਮੈਂ ਆਖਣਾ ਚਾਹੂੰਗਾ ਤੁਹਾਨੂੰ ਤੰਗ ਹੋਣਾ ਪੈਂਦਾ, ਜਦੋਂ ਤੁਹਾਡਾ ਕੋਈ ਮਸਲਾ ਹੁੰਦਾ ਹੈਗਾ ਕਿਸੇ ਹੋਰ ਨੂੰ ਤੰਗ ਹੋਣਾ ਪੈਂਦਾ। ਸੋ ਮੈਨੂੰ ਕਈ ਵਾਰ ਇਹ ਲੱਗਦਾ ਕਿ ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਤੰਗ ਕਰੀ ਜਾਂਦੇ ਆ, ਪਰ ਸਰਕਾਰ ਤੇ ਜਿਹੜੇ ਲੀਡਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਆਪਣੀਆਂ ਵੋਟਾਂ ਬਟੋਰਨ ਤੇ ਲੱਗੇ ਹੋਏ ਆ, ਜੋੜ ਤੋੜ ਕਰਨ ਤੇ ਲੱਗੇ ਹੋਏ ਆ ਵੀ ਆਪਾਂ ਵੋਟਾਂ ਕਿੱਦਾਂ ਬਟੋਰਨੀਆਂ, ਆਪਾਂ ਸਰਕਾਰ ਕਿੱਦਾਂ ਬਣਾਉਣੀ ਆ। ਆਪਾਂ ਥੋੜੀ ਇੱਕ ਦੋ ਗੱਲਾਂ ਕਰਦੇ ਆ। ਨੋਬਲਜੀਤ ਸਿੰਘ ਜੀ ਮੇਰੇ ਨਾਲ ਹੈਗੇ ਨੇ, ਆਵਾਜ਼ ਕੌਮ ਜਥੇਬੰਦੀ ਜੀ। ਕੀ ਕਹਿਣਾ ਚਾਹੁੰਦੇ ਹੋ ਜੀ? ਆ ਇਹਨਾਂ ਦਾ ਮਸਲਾ ਹੈਗਾ ਇੱਕ। ਦੇਖੋ ਅਸੀਂ ਪਹਿਲੇ ਦਿਨ ਤੋਂ ਹੀ ਇਹਨਾਂ ਦੇ ਨਾਲ ਆ ਤੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਬਿਲਕੁਲ ਜਾਇਜ਼ ਆ, ਇਹਨਾਂ ਦਾ ਸੰਘਰਸ਼ ਬਿਲਕੁਲ ਜਾਇਜ਼ ਆ। ਜਿੱਦਾਂ ਵੀ ਇਹ ਕਾਲ ਦਿੰਦੇ ਅਸੀਂ ਇਹਨਾਂ ਦੇ ਨਾਲ ਪਹਿਲਾਂ ਵੀ ਖੜੇ ਆ, ਅਸੀਂ ਹੁਣ ਵੀ ਖੜਾਂਗੇ ਇਹਨਾਂ ਦੇ ਨਾਲ। ਤੇ ਜਿੱਦਾਂ ਦੀ ਵੀ ਕਾਲ ਹੋਊਗੀ, ਮੈਂ ਤਾਂ ਸਾਰੇ ਲੋਕਾਂ ਨੂੰ ਕਹਿਣਾ ਵੀ ਇਹ ਕੋਈ ਇਹਨਾਂ ਦਾ ਨਿੱਜੀ ਮਸਲਾ ਨਹੀਂ, ਕਿਉਂਕਿ ਹਰ ਖੇਤਰ ਦੇ ਵਿੱਚ ਇੱਦਾਂ ਦੀਆਂ ਸਮੱਸਿਆਵਾਂ ਆ ਤੇ ਇਹਨਾਂ ਦੀ ਸਮੱਸਿਆ ਮਤਲਬ ਜ਼ਿਆਦਾ ਗੰਭੀਰ ਕਹਿ ਲਓ ਵੀ ਬਾਕੀਆਂ ਦੀ ਗੰਭੀਰ ਆ। ਜਦੋਂ ਇੱਕ ਰੋਟੀ ਦੀ ਬਣ ਜਾਵੇ ਹੈਨਾ, ਮਤਲਬ ਇਨਕਮ ਆ ਰਹੀ ਨਹੀਂ ਤਾਂ ਤੁਹਾਨੂੰ ਆਲੇ ਦੁਆਲੇ ਪੈਸੇ ਇਕੱਠੇ ਕਰਕੇ ਆਪਣਾ ਜਿਹੜੀਆਂ ਇੱਕ ਕਿਸਮ ਦੀ ਜਿਹੜਾ ਜਿਨ੍ਹਾਂ ਨੇ ਬੱਸਾਂ ਪਾਇਆ ਇਹੀ ਇਹਨਾਂ ਦੀ ਜਾਇਦਾਦ ਹੁੰਦੀ ਆ। ਇਹਦੇ ਆਧਾਰ ਤੇ ਹੀ ਜਿਹੜੀ ਰੋਜ਼ ਦੀ ਰੋਟੀ ਚੱਲਦੀ ਆ, ਜਿਹੜੇ ਉਹਨਾਂ ਦੇ ਸਾਰੇ ਜ਼ਿੰਦਗੀ ਦੇ ਖਰਚੇ ਉਹ ਚੱਲਦੇ ਆ। ਜਦੋਂ ਉਹ ਹੀ ਨਹੀਂ ਬਚੂਗੀ ਹੈਨਾ, ਜਿੱਦਾਂ ਇੱਕ ਜ਼ਿਮੀਂਦਾਰ ਕੋ ਖੇਤ ਨਾ ਬਚਿਆ ਖੇਤੀ ਕਿੱਥੇ ਕਰੂ। ਹੁਣ ਜੇ ਇੱਕ ਮਾਲਕ ਕੋ ਦੇਖੋ, ਇੱਕ ਉਹਦੇ ਵਿੱਚ ਡਰਾਈਵਰ ਇੱਕ ਬੱਸ ਦੇ ਨਾਲ 2-3 ਬੰਦਿਆਂ ਨੂੰ ਰੁਜ਼ਗਾਰ ਮਿਲਦਾ ਆ। ਜੇ ਬੱਸ ਹੀ ਖੜੀ ਆ ਤਾਂ ਫਿਰ ਜੇ ਬੱਸ ਹੀ ਖੜੀ ਉਹ 2-3 ਬੰਦਿਆਂ ਦਾ ਜਿਹੜਾ ਇੱਕ ਮਾਲਕ ਆ, ਉਹ ਕਿਸੇ ਵੇਲੇ ਉਹ ਮਾਲਕ ਵੀ ਆ, ਡਰਾਈਵਰ ਵੀ ਆ, ਤੇ ਉੱਥੇ ਉਹ ਸਾਂਭ ਸੰਭਾਲ ਵੀ ਉਹੀ ਕਰਦਾ। ਤੇ ਮਤਲਬ ਇੱਕ ਬੱਸ ਖੜੀ ਹੋਣ ਦੇ ਨਾਲ 3 ਬੰਦਿਆਂ ਦਾ ਜਿਹੜਾ ਰੁਜ਼ਗਾਰ ਉਹ ਮਰਦਾ ਆ। ਤੁਸੀਂ ਦੇਖੋ ਵੀ ਸੈਂਕੜੇ ਦੇ ਹਿਸਾਬ ਨਾਲ ਕੱਲੀਆਂ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੀ ਬੱਸਾਂ ਆ, ਸੈਂਕੜੇ ਦੇ ਹਿਸਾਬ ਦੇ ਨਾਲ। ਤੇ ਸਰਕਾਰ ਦੀ ਜਿਹੜੀ ਇਹ ਨੀਤੀ ਆ ਉਹ ਬਹੁਤ ਮਾੜੀ ਆ, ਕਿਉਂਕਿ ਉਹਨਾਂ ਨੂੰ ਪਹਿਲਾਂ ਉਹਨਾਂ ਦਾ ਪ੍ਰਬੰਧ ਕਰਨਾ ਚਾਹੀਦਾ, ਆਰਜੀ ਪ੍ਰਬੰਧ ਕਰਨੇ ਚਾਹੀਦੇ ਆ ਵੀ ਉਹਨਾਂ ਦਾ ਖਰਚਾ ਚੱਲੂਗਾ ਕਿੱਦਾਂ। ਇਹ ਥੋੜਾ ਤੁਸੀਂ ਰਾਤ ਨੂੰ ਸਾਰਾ ਕੁਝ ਬੰਦ ਕਰ ਦਿਓ ਤਾਂ ਸਵੇਰੇ ਮਤਲਬ ਉਹ ਦੇਖਣ ਵੀ ਇਹ ਖਰਚੇ ਕਿੱਥੋਂ ਹਜ਼ਾਰਾਂ 'ਚ, ਫਿਰ ਹਜ਼ਾਰਾਂ ਤਾਂ ਲੱਖਾਂ ਦੀਆਂ ਗੱਲਾਂ ਆ। ਇਹ ਕੋਈ ਐਮ ਨਹੀਂ ਹੈਗੀ ਵੀ 5000 10,000 ਦੀ ਗੱਲ ਆ ਵੀ ਕੋਈ ਜਿਹੜੀਆਂ ਸੁਸਾਇਟੀਆਂ ਜਾਂ ਜਿਹੜੀਆਂ ਮਤਲਬ ਹੈਲਪ ਮਦਦ ਕਰਦੀਆਂ ਉਹ ਕੋਈ ਮਦਦ ਕਰ ਦੇਵੇ, ਇਹ ਐ ਵੀ ਹੈ ਨਹੀਂਗਾ। ਇਹ ਲੱਖਾਂ ਦਾ ਮਸਲਾ ਆ, ਇੱਕ ਬੱਸ ਤੇ ਲੱਖਾਂ ਦਾ ਮਸਲਾ। ਜੇ ਸਾਰਿਆਂ ਦਾ ਕਰੋ ਕਰੋੜਾਂ ਅਰਬਾਂ 'ਚ ਇਹ ਸਾਰੀਆਂ ਗੱਲਾਂ ਜਾਂਦੀਆਂ, ਤੇ ਇਸ ਗੱਲ ਨੂੰ ਸਿਰਫ ਸਰਕਾਰ ਹੀ ਮੈਨੇਜ ਕਰ ਸਕਦੀ ਆ। ਤੇ ਇੱਕ ਜਿਹੜੀ ਮੈਂ ਅਹਿਮ ਗੱਲ ਹੋਰ ਕਹਿਣੀ ਚਾਹੁੰਦਾ ਸੀ ਵੀ ਜਿਹੜੀਆਂ ਇਹ ਕਰੋਨਾ ਦੀਆਂ ਪਾਬੰਦੀਆਂ ਦੇ ਲਈ ਹੈਗੀ ਆ, ਦੇਖੋ ਕੈਨੇਡਾ ਦਾ ਅਲਬਰਟਾ ਇੱਕ ਸੂਬਾ ਆ, ਉੱਥੇ ਇੱਕ ਜਿਹੜਾ ਹੈਗਾ ਆ ਉੱਥੇ ਦਾ ਬੰਦਾ ਸੀਗਾ, ਉਹਨੇ ਉੱਥੇ ਕੇਸ ਕੀਤਾ ਸੀਗਾ। ਉਹ ਅੱਜ ਜਨਤਾ ਦੇ ਨਾਲ ਨਾ ਉਹ ਰਲ ਕੇ ਉਹਨੇ ਕੇਸ ਉਹ ਜਿੱਤ ਲਿਆ, ਸਰਕਾਰ ਦੇ ਖਿਲਾਫ ਸੀ ਪਾਬੰਦੀਆਂ ਦੇ। ਅੱਜ ਉੱਥੇ ਨਾ ਪੀਟਰ ਕਿੰਗ ਸੀਗਾ, ਉਹਨੇ ਲੋਕਾਂ ਦੇ ਨਾਲ ਲਾ ਕੇ ਕੇਸ ਕੀਤਾ ਅਦਾਲਤ ਦੇ ਵਿੱਚ ਵੀ ਤੁਸੀਂ ਸਾਬਤ ਕਰ ਦਿਓ, ਮੈਂ ਸਾਬਤ ਕਰ ਦਿੰਦਾ ਵੀ ਕਰੋਨਾ ਹੈ ਨਹੀਂ ਕੁਝ ਵੀ। ਤੇ ਉਹ ਸਰਕਾਰ ਇਹ ਸਾਬਤ ਨਹੀਂ ਕਰ ਸਕੀ, ਉੱਥੇ ਅਲਬਰਟਾ ਦੀ ਸਰਕਾਰ ਇਹ ਸਾਬਤ ਨਹੀਂ ਕਰ ਸਕੀ ਵੀ ਕਰੋਨਾ ਵਾਕਈ ਹੈ, ਤੇ ਉਹਨੇ ਸਾਬਤ ਕਰਤਾ ਨਹੀਂ ਹੈ। ਤੇ ਅੱਜ ਉੱਥੇ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ। ਇਹ ਜਿਹੜੀਆਂ ਪਾਬੰਦੀਆਂ ਇਹ ਤੁਰੰਤ ਹਟਣੀਆਂ ਚਾਹੀਦੀਆਂ ਆ। ਇਹ ਆਪਣੇ ਜਿਹੜੇ ਹੈਲਥ ਦੇ ਨਾਲ ਜੁੜੇ ਹੋਏ ਜਿੰਨੇ ਅਦਾਰੇ ਉਹਨਾਂ ਨੂੰ ਦਰੁਸਤ ਕਰਨ ਤੇ ਲੋਕਾਂ ਦੇ ਉੱਤੇ ਪਾਬੰਦੀਆਂ ਹਟਾ ਕੇ ਤੁਰੰਤ ਸਾਰਾ ਕੁਝ ਇਹਨਾਂ ਨੂੰ ਖੋਲ੍ਹਣਾ ਚਾਹੀਦਾ ਆ। ਵਾਕਈ ਮੈਨੂੰ ਲੱਗਦਾ ਕਿ ਬਹੁਤ ਵੱਡੀ ਗੱਲ ਹੈਗੀ ਆ। ਆਮ ਲੋਕਾਂ ਨੂੰ ਵੀ ਆਹ ਗੱਲ ਜਿਹੜੀ ਹੈਗੀ ਇਹਨਾਂ ਨੇ ਕੀਤੀ ਆ, ਜ਼ਰੂਰ ਗੂਗਲ ਤੇ ਸਰਚ ਕਰ ਲਓ, ਸੱਜੇ ਖੱਬੇ ਅਲਬਰਟਾ ਦੇ ਵਿੱਚ ਜੇ ਤੁਹਾਡੇ ਕੋਈ ਜਾਣਕਾਰ ਹੈਗੇ ਉਹਨਾਂ ਦੇ ਕੋਲੋਂ ਪੁੱਛ ਲਓ। ਮੇਰੀ ਜਾਣਕਾਰੀ 'ਚ ਨਹੀਂ ਸੀਗਾ, ਮੈਂ ਹੁਣੇ ਸੁਣੀ ਆ ਗੱਲ। ਮੇਰੇ ਨਾਲ ਗੁਰਦੀਪ ਸਿੰਘ ਜੀ ਖੁਣਖੁਣ ਜੀ ਵੀ ਹੈਗੇ, ਆਪਾਂ ਥੋੜੀ ਜਿਹੀ ਗੱਲ ਉਹਨਾਂ ਨਾਲ ਵੀ ਕਰ ਲੈਂਦੇ ਆ। ਖੁਣਖੁਣ ਜੀ, ਅੱਜ ਤੁਸੀਂ ਇਹਨਾਂ ਸਾਰੇ ਵੀਰਾਂ ਦੀ ਸਪੋਰਟ ਤੇ ਆਏ ਹੋ ਜਿਹੜੇ ਬੱਸਾਂ ਵਾਲੇ ਹੈਗੇ ਨੇ, ਉਹਨਾਂ ਦੇ ਘਰ ਦਾ ਚੁੱਲ੍ਹਾ, ਜਿਵੇਂ ਨੋਬਲਜੀਤ ਸਿੰਘ ਜੀ ਨੇ ਆਖਿਆ ਭਈ ਇੱਕ ਬੱਸ ਨੂੰ 3 ਜਣੇ ਆ ਜੀ, 3 ਬੰਦੇ ਆ ਜੀ, ਉਹਨਾਂ ਨੂੰ ਰੁਜ਼ਗਾਰ ਮਿਲਦਾ, ਔਰ ਤਿੰਨਾਂ ਦੇ ਪਰਿਵਾਰ ਲਾ ਲਓ, ਘਰ ਦੇ ਜੀ ਬੱਚੇ ਹੈਗੇ ਆ, ਕਿੰਨੇ ਜਾਣੇ, ਘਰ ਦਾ ਚੁੱਲ੍ਹਾ ਹੀ ਮੈਨੂੰ ਲੱਗਦਾ ਠੰਡਾ ਹੋ ਜਾਂਦਾ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮਸਲਾ ਹੈ ਬਹੁਤ ਵੱਡਾ ਜੀ, ਛੋਟੀ ਜਿਹੀ ਗੱਲ ਨਹੀਂ ਜੀ। ਕਿਉਂ ਇੱਕ ਪਾਸੇ ਤਾਂ ਸਰਕਾਰਾਂ ਰੌਲੀ ਪਾਉਂਦੀਆਂ ਵੀ ਬੇਰੁਜ਼ਗਾਰ ਜਿਹੜੇ ਨੌਜਵਾਨ ਆ ਇਹ ਭਟਕਣ ਨਾ, ਇਹ ਕਿਸੇ ਪਾਸੇ ਵੱਲ ਨਾ ਜਾਣ ਤੇ ਇਹ ਆਪਣਾ ਰੁਜ਼ਗਾਰ ਕਰਨ। ਇਹਨਾਂ ਨੇ ਆਪਣਾ ਰੁਜ਼ਗਾਰ ਜਿਹੜਾ ਆਪ ਲੱਭਿਆ। ਇਹਨਾਂ ਨੇ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਆਪਣੀ ਇਹ ਟਰਾਂਸਪੋਰਟ ਬੱਸਾਂ ਲਾਈਆਂ ਤੇ ਉਹ ਅੱਜ 2 ਸਾਲ ਲਗਭਗ ਹੋ ਜਾਣੇ ਆ ਜਿਹੜੀਆਂ ਬੱਸਾਂ ਘਰਾਂ 'ਚ ਖੜੀਆਂ। ਜਿਹੜੀ
ਸਾਲ ਜਾਂ 6 ਮਹੀਨੇ ਵੀ ਬੱਸ ਖੜੀ ਰਹੇ ਉਹਦੇ ਟਾਇਰ ਵੀ ਖਤਮ ਹੋ ਜਾਂਦੇ ਆ, ਉਹਦੀਆਂ ਬੈਟਰੀਆਂ ਖਤਮ ਹੋ ਜਾਂਦੀਆਂ, ਉਹਨੂੰ ਜੰਗ ਲੱਗ ਜਾਂਦਾ, ਉਹ ਕੁਆੜ ਬਣ ਜਾਂਦੀ ਆ। ਉਹ ਜਿਹੜੇ ਡਰਾਈਵਰ ਉਹਨਾਂ ਨੇ ਰੱਖੇ ਹੋ ਆ, ਕੁਛ ਆਪ ਮੁੰਡੇ ਡਰਾਈਵਰ ਆ, ਕੁਛ ਰੱਖੇ ਹੋ ਆ, ਉਹਨਾਂ ਦੇ ਘਰ ਜਿਹੜੇ ਜਾਂ 5 ਜਾਂ 7 ਜਾਂ 10,000 ਰੁਪਈਆ ਉਹਨੂੰ ਤਨਖਾਹ ਮਿਲਦੀ ਹੋਊਗੀ, ਉਹ ਪੂਰਾ ਉਹਦਾ ਗੁਜ਼ਾਰਾ ਉਸ 'ਤੇ ਸੀਗਾ, ਉਹ ਸਾਰਾ ਸਰਕਾਰਾਂ ਨੇ ਖਤਮ ਕਰਤਾ। ਜੇ ਅੱਜ ਕਰੋਨਾ ਦੀ ਗੱਲ ਕਰਦੇ ਆ, ਦਿੱਲੀ ਦੇ ਵਿੱਚ ਸਾਡੇ ਕਿਸਾਨ ਆਗੂ ਸਾਰੇ ਬੈਠੇ ਆ, ਅਸੀਂ ਦਿੱਲੀ 'ਚ ਜਾਂਦੇ ਸੀ ਜਾਂ ਇੱਥੇ ਟੋਲ ਪਲਾਜ਼ੇ ਤੇ ਬਹਿੰਦੇ ਸੀ, ਤੇ ਮੇਰਾ ਖਿਆਲ ਨਹੀਂ ਸਾਨੂੰ ਕਿਸੇ ਨੂੰ ਪ੍ਰਮਾਤਮਾ ਦੀ ਦਇਆ ਕਰੋਨਾ ਹੋਇਆ ਹੋਵੇ। ਕਰੋਨਾ ਜਿਹੜਾ ਵੱਡੇ ਲੀਡਰਾਂ ਕੋਲ ਜਾਂਦੇ ਨਹੀਂ, ਮੂੰਹ ਬੰਨੇ ਹੋਏ ਕਹਿੰਦੇ ਜੀ ਸਾਨੂੰ ਕਰੋਨਾ ਹੋ ਗਿਆ। ਇਹ ਸਾਰੀ ਵਰਲਡ ਲੈਵਲ ਤੇ ਗਿਣੀ ਮਿੱਥੇ ਸਾਜ਼ਿਸ਼ ਆ, ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਪ੍ਰਫੁੱਲਤ ਕਰਨ ਨੂੰ ਆ ਇਹ ਕਰੋਨਾ। ਕਿਉਂਕਿ ਤੁਹਾਡੀਆਂ ਜਾਇਦਾਦਾਂ ਦੇਖੋ ਮੰਦੀਆਂ ਹੋ ਗਈਆਂ ਸੀ, ਸਾਰਾ ਕੁਝ ਮੰਦਾ ਹੋ ਗਿਆ ਸੀ, ਉਹ ਨਹੀਂ ਖਰੀਦਿਆ ਲੋਕਾਂ ਨੇ, ਉਹ ਹੁਣ ਮਹਿੰਗਾ ਕਰਨਗੇ। ਆਹ ਜਿਹੜੀਆਂ ਗੱਡੀਆਂ ਜਿਹੜੀਆਂ ਖੜੀਆਂ, ਇਹ ਚਾਹੁੰਦੇ ਆ ਵੀ ਜਿਹੜੇ ਛੋਟੇ ਘਰਾਣਿਆਂ ਤੋਂ ਬੱਚੇ ਗਰੀਬਾਂ ਦੇ ਗੱਡੀਆਂ ਪਾਉਂਦੇ, ਇਹ ਨਾ ਪਾਉਣ, ਇਹਨਾਂ ਨੂੰ ਖਤਮ ਕਰ ਦਈਏ। ਇਹ ਟਰਾਂਸਪੋਰਟ ਵੀ ਅਸੀਂ ਵੱਡੀ ਜਿਹੜੀ ਆਪਣੇ ਹੱਥਾਂ 'ਚ ਲੈ ਲਈਏ, ਤੇ ਸਕੂਲਾਂ ਦੇ ਵਿੱਚ ਅਸੀਂ ਬੱਸਾਂ ਦਈਏ, ਜਿਨ੍ਹਾਂ ਇਹ ਵਿਚਾਰੇ 2 ਸਾਲ ਇਦਾਂ ਭਟਕਦੇ ਰਹਿਣਗੇ ਤੇ ਕੁਛ ਦੇ ਨਹੀਂ ਸਕਣਗੇ। ਤੇ ਆ ਮੇਰੇ ਸਾਹਮਣੇ ਬੈਂਕ ਵਾਲਿਆਂ ਦਾ ਫੋਨ ਆਇਆ ਸੀ ਸੁਖਮਨ ਨੂੰ, ਤੇ ਅਸੀਂ ਸੁਣਿਆ ਮਾਈਕ ਲਾ ਕੇ, ਉਹ ਕਹਿੰਦੇ ਕਿਤੋਂ ਵੀ ਕਰੋ। ਇਹ ਅੱਗੇ ਬੋਲਦੇ ਕਿੱਥੋਂ ਦਈਏ, ਸਾਡੇ ਕੋਲ ਕੁਛ ਨਹੀਂ, ਕਹਿੰਦੇ ਕਿਤੋਂ ਵੀ ਦਿਓ, ਕੁਛ ਦਿਓ। ਦੇਖੋ ਜੇ ਗੱਡੀ ਨਹੀਂ ਚੱਲਦੀ, ਉਹ ਬੱਸ ਜਾ ਨਹੀਂ ਰਹੀ, ਕੋਈ ਉਹਨੂੰ ਪੈਸਾ ਨਹੀਂ ਮਿਲਦਾ, ਉਹ ਕਿੱਥੋਂ ਦਊਗਾ? ਕਿਸ਼ਤਾਂ ਤੇ ਲਈਆਂ ਆ। ਇਸ ਕਰਕੇ ਅਸੀਂ ਚਾਹੁੰਦੇ ਆ ਵੀ ਇਹਦਾ ਸਰਕਾਰ ਹੱਲ ਕਰੇ। ਅੱਜ DC ਸਾਹਿਬ ਨੂੰ ਵੀ ਮਿਲੇ ਆ ਸਾਰੇ ਨੌਜਵਾਨ ਜਾ ਕੇ, ਸਾਰੇ ਪਲਾਜ਼ਿਆਂ ਤੋਂ ਇਕੱਠੇ ਹੋ ਕੇ, ਜਿਹਦੇ ਇਹ ਟਰਾਂਸਪੋਰਟਰ ਆ, ਇਹ ਸਾਰੇ ਮਿਲੇ ਆ। ਉਹਨਾਂ ਨੇ ਕਿਹਾ ਅਸੀਂ ਤੁਹਾਡੀ ਬੈਂਕ ਵਾਲਿਆਂ ਨਾਲ ਕਿਸੇ ਨਾਲ ਗੱਲ ਕਰਾਉਣੀ। ਅਸੀਂ ਚਾਹੁੰਦੇ ਵੀ ਉਹਨਾਂ ਚਿਰ ਇਹਨਾਂ ਤੋਂ ਪੈਸਾ ਨਾ ਕੋਈ ਮੰਗਿਆ ਜਾਵੇ, ਇਹਨਾਂ ਦਾ ਟੈਕਸ ਮਾਫ ਕੀਤਾ ਜਾਵੇ, ਇਹਨਾਂ ਤੋਂ ਕਿਸ਼ਤ ਨਾ ਮੰਗੀ ਜਾਵੇ, ਇਹਨਾਂ ਨੂੰ ਵਿਆਜ ਦੀ ਜਿਹੜੀ ਪੂਰੀ ਛੋਟ ਦਿੱਤੀ ਜਾਵੇ। ਕਿਉਂਕਿ ਤੁਸੀਂ ਨਸਰਾਲੇ ਤੋਂ ਤੁਰੋਗੇ ਜਦੋਂ ਦੇਖੋਗੇ ਵੱਡੀਆਂ ਵੱਡੀਆਂ ਫੈਕਟਰੀਆਂ ਢਾਹ ਢੇਰੀ ਹੋ ਗਈਆਂ ਆ, ਉਹ ਲੋਕ ਛੱਡ ਕੇ ਭੱਜ ਗਏ, ਉਹ ਸਰਕਾਰ ਦਾ ਪੈਸਾ ਲੈ ਕੇ ਹੀ ਭੱਜ ਗਏ। ਇਹ ਤਾਂ ਵਿਚਾਰੇ ਆਪਣੀਆਂ ਗੱਡੀਆਂ ਲੈ ਕੇ ਇੱਥੇ ਰੋਡਾਂ ਤੇ ਖੜੇ ਆ। ਇਹ ਤਾਂ ਕਹਿੰਦੇ ਅਸੀਂ ਦਵਾਂਗੇ, ਪਰ ਇਸ ਵੇਲੇ ਸਾਡੇ ਕੋਲ ਕੋਈ ਪੈਸਾ ਨਹੀਂ। ਇਸ ਕਰਕੇ ਸਰਕਾਰ ਨੂੰ ਚਾਹੀਦਾ ਜਲਦੀ ਤੋਂ ਜਲਦੀ, ਹੁਣ ਠੀਕ ਆ ਇਹ ਚੋਣ ਕਮਿਸ਼ਨ ਦਾ ਲੱਗਾ ਆ, ਜਿਹੜਾ ਜਾਬਤਾ ਲੱਗਾ ਆ, ਉਹਨੂੰ ਵੀ ਮੁੱਖ ਰੱਖਣਾ ਪੈਂਦਾ ਸਾਰੀ ਗੱਲ ਨੂੰ। ਲੇਕਿਨ ਜਦੋਂ ਸਿਰ ਤੋਂ ਪਾਣੀ ਲੰਘ ਜਾਵੇ, ਸਾਰਾ ਕੁਝ ਹੋ ਜਾਵੇ, ਤੇ ਕਰਨਗੇ ਕੀ ਬੰਦੇ? ਇਹ ਤਾਂ ਵਿਚਾਰੇ ਗਰੀਬੀ ਦਾਅਵੇ 'ਚ ਹੋਰ ਵੀ ਗੱਡੀਆਂ, ਇਹ 2000 ਮਾਡਲ ਗੱਡੀਆਂ ਨਹੀਂ ਦੱਸਿਆ ਜਿਹੜੀਆਂ ਉਹ ਮਤਲਬ ਉਹਨਾਂ ਤੇ ਲਾਤਾ ਵੀ ਉਹ ਰੋਡ ਤੇ ਨਹੀਂ ਚੜ੍ਹ ਸਕਦੀਆਂ, ਉਹ ਟੈਕਸ ਨਹੀਂ ਦਿੰਦੀਆਂ, ਉਹ ਨਹੀਂ ਦਿੰਦੀਆਂ, ਕਿੱਥੇ ਨੂੰ ਜਾਣਗੇ? ਅਸੀਂ ਆਜ਼ਾਦ ਸੰਘਰਸ਼ ਕਮੇਟੀ ਵੱਲੋਂ ਇਹਨਾਂ ਦੀ ਪੂਰਨ ਹਮਾਇਤ ਕਰਾਂਗੇ, ਨਾਲ ਪੂਰਾ ਜਿੰਨਾ ਵੀ ਸਾਥ ਦੇਵਾਂਗੇ। ਤੇ ਅਸੀਂ ਫਿਰ ਵੀ ਸਰਕਾਰ ਨੂੰ ਵੀ DC ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹਨਾਂ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ। ਜਿਹੜਾ ਇਹਨੇ 26 ਜਨਵਰੀ ਦਾ ਕਿਹਾ, ਉਹ ਵਾਕਿਆ ਜਦ ਆਜ਼ਾਦੀ ਕੋਈ ਨਹੀਂ, ਕਿਸੇ ਦੇ ਕੋਲ ਹੀ ਕੋਈ ਨਹੀਂ, ਤਾਂ ਉਹ ਫਿਰ ਕਾਲਾ ਦਿਨ ਹੀ ਮਨਾਉਣਗੇ ਨਾ। ਅੱਜ ਸਾਰੇ ਇਸ ਕਾਲੇ ਦਿਨ ਤੇ ਭਾਰਤ ਪੂਰੇ 'ਚ ਤੁਸੀਂ ਦੇਖੋ ਬੇਰੁਜ਼ਗਾਰੀ ਦਾ ਜਿਹੜਾ ਇਹ ਸਰਕਾਰਾਂ ਆਪ ਕਰਦੀਆਂ, ਇਹਨਾਂ ਦਾ ਜਲਦ ਤੋਂ ਜਲਦ ਹੱਲ ਹੋਣਾ ਚਾਹੀਦਾ। ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਆ, ਬਿਲਕੁਲ ਸਾਥ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਿਆ ਜੀ ਤੁਸੀਂ ਸਾਰੀ ਗੱਲਬਾਤ ਸੁਣੀ ਆ, ਮੈਨੂੰ ਲੱਗਦਾ ਕਿ ਤੁਸੀਂ ਜ਼ਰੂਰ ਅੰਦਾਜ਼ਾ ਲਾਇਆ ਹੋਊਗਾ ਜਾਂ ਤੁਸੀਂ ਜ਼ਰੂਰ ਇਸ ਗੱਲ ਨੂੰ ਸਮਝ ਸਕਦੇ ਹੋ ਕਿ ਆਹ ਜਿਹੜੇ ਵੀਰ ਹੈਗੇ ਨੇ ਸਾਰੇ, ਭਈ ਹੱਲ ਕੀ ਹੈਗਾ, ਭਈ ਚੁੱਲ੍ਹੇ ਠੰਡੇ ਹੋ ਜਾਣਗੇ। ਮੈਨੂੰ ਲੱਗਦਾ ਕਿ ਆਮ ਹਰ ਬੰਦਾ ਸਮਝ ਸਕਦਾ ਕਿ ਜਿਹੜੀ ਚੀਜ਼ ਰੁਜ਼ਗਾਰ ਦਾ ਸਾਧਨ ਵਾ, ਹੁਣ ਜੇ ਬੱਸ ਰੁਜ਼ਗਾਰ ਦਾ ਸਾਧਨ ਆ ਪਿੱਛੇ ਬੱਸਾਂ ਖੜੀਆਂ, ਜੇ ਬੱਸ ਰੁਜ਼ਗਾਰ ਦਾ ਸਾਧਨ ਆ, ਜੇ ਰੁਜ਼ਗਾਰ ਦਾ ਸਾਧਨ ਹੀ ਬੰਦ ਹੋ ਜਾਊਗਾ ਤਾਂ ਫਿਰ ਪੈਸੇ ਆਉਣਗੇ ਕਿੱਥੋਂ? ਜੇ ਪੈਸੇ ਨਹੀਂ ਆਉਣਗੇ ਤਾਂ ਫਿਰ ਘਰ ਦੇ ਵਿੱਚ ਪਰਿਵਾਰ ਵਾਲੇ ਜੀ ਰੋਟੀ ਕਿੱਥੋਂ ਖਾਣਗੇ? ਇਹ ਜਿਹੜਾ ਸਵਾਲ ਹੈਗਾ ਸਰਕਾਰ ਦੇ ਮੂਹਰੇ ਆ। ਔਰ ਮੈਨੂੰ ਲੱਗਦਾ ਕਿ ਆਮ ਲੋਕ ਜਿਹੜੇ ਹੈਗੇ ਨੇ, ਵੋਟਰ ਆ ਮੂਹਰੇ ਤੁਹਾਡੇ ਦਰਾਂ ਦੇ ਉੱਪਰ ਆਉਣਾ ਇਹਨਾਂ ਲੀਡਰਾਂ ਨੇ, ਤੁਹਾਡੀਆਂ ਸਮੱਸਿਆਵਾਂ ਦੇ ਉੱਪਰ ਕੁਰਸੀਆਂ ਢਾਹ ਕੇ, ਸਮੱਸਿਆਵਾਂ ਦੇ ਢੇਰ ਦੇ ਉੱਪਰ ਕੁਰਸੀਆਂ ਢਾਹ ਕੇ ਉਹਦੇ ਉੱਤੇ ਬਹਿਣਾ ਇਹਨਾਂ ਨੇ ਰਾਜ ਕਰਨ ਵਾਸਤੇ ਤੁਹਾਡੇ ਸਿਰਾਂ ਦੇ ਉੱਪਰ। ਇਸ ਕਰਕੇ ਤੁਸੀਂ ਇਹਨਾਂ ਨੂੰ ਸਵਾਲ ਜ਼ਰੂਰ ਪੁੱਛਿਓ ਕਿ ਇਹ ਸਾਰੇ ਜਣੇ ਰੋਟੀ ਖਾਣਗੇ ਕਿੱਥੋਂ? ਇਕੱਲੇ ਇਹਨਾਂ ਦੀ ਸਮੱਸਿਆ ਨਹੀਂ ਹੈਗੀ, ਹਰ ਵਰਗ ਦੀ ਸਮੱਸਿਆ ਆ। ਇੱਕ ਦੋ ਵੀਰ ਹੋਰ ਹੈਗੇ ਨੇ, ਆਪਾਂ ਇੱਕ ਦੋ ਗੱਲਾਂ ਉਹਨਾਂ ਨਾਲ ਵੀ ਕਰ ਲੈਂਦੇ ਆ। ਜੀ ਭਾਈ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਮਸਲਾ ਹੈਗਾ ਜੀ ਇਹਨਾਂ ਦਾ। ਦੇਖੋ, ਸਰਕਾਰ ਨੂੰ ਸੋਚਣਾ ਚਾਹੀਦਾ। ਇਹ ਇੱਕ ਗੱਡੀ ਦੇ ਵਿਚਾਰੇ ਮਾਲਕ ਸਕੂਲਾਂ 'ਚ ਗੱਡੀਆਂ ਲਾਈਆਂ ਆ, ਕਿਸ਼ਤਾਂ ਸਿਰ ਤੇ ਆ, ਸਕੂਲ ਬੰਦ ਹੋ ਗਏ, ਠੇਕੇ ਖੁੱਲ੍ਹੇ,
ਤੇ ਇਹ ਵਿਚਾਰੇ ਕਿੱਥੇ ਜਾਣਗੇ? ਇਹਨਾਂ ਨੇ ਅਲਟੀਮੇਟ ਦਿੱਤਾ। ਅਲਟੀਮੇਟ ਦੇ ਵਿੱਚ ਹੀ ਸਰਕਾਰ ਨੂੰ ਇਹਨਾਂ ਨਾਲ ਗੱਲ ਕਰਕੇ ਸਕੂਲ ਖੋਲ੍ਹਣੇ ਚਾਹੀਦੇ ਆ। ਤੁਸੀਂ WhatsApp ਤੇ ਮੈਸੇਜ ਆ ਰਹੇ ਆ, ਇਹ ਜਿਹੜੇ ਲੀਡਰ ਆ ਇਹਨਾਂ ਦੀਆਂ ਚੋਰੀਆਂ ਫੜ ਹੋ ਗਈਆਂ। ਇਹਨਾਂ ਨੇ ਸਾਡੇ ਤੁਹਾਡੇ ਤੇ ਪ੍ਰੈਸ਼ਰ ਪਾਉਣ ਦੀ ਖਾਤਰ ਇਹ ਸਕੂਲ ਬੰਦ ਕੀਤੇ ਆ। ਅਸੀਂ ਇਮੋਸ਼ਨਲ ਕਿਸ ਲਈ ਹੋਣਾ ਜਿਸ ਲਈ ਸਾਡੇ ਬੱਚੇ ਸਾਡੇ ਘਰ 'ਚ ਬੈਠ ਗਏ। ਇਹਨਾਂ ਦੀ ਪਾਲਿਸੀ ਆ ਸਕੂਲਾਂ ਨੂੰ ਬੰਦ ਕਰਕੇ ਬੱਚਿਆਂ ਨੂੰ ਘਰ 'ਚ ਡੱਕ ਦਿਓ। ਮਾਂ ਪਿਓ ਜਿਹੜੇ ਉਹ ਆਪਣੇ ਆਪ ਇਮੋਸ਼ਨਲ ਹੋ ਜਾਣੇ ਆ, ਉਹਨਾਂ ਨੇ ਘਰੋਂ ਨਿਕਲਣੋਂ ਹਟ ਜਾਣਾ। ਜਦੋਂ ਘਰੋਂ ਨਿਕਲਣੋਂ ਹਟ ਕੇ ਕਾਰੋਬਾਰ ਠੱਪ ਹੋ ਗਏ, ਚੁੱਲ੍ਹੇ ਕਿੱਦਾਂ ਚੱਲਣਗੇ? ਰੋਟੀ ਕਿੱਥੋਂ ਖਾਣੀ ਆ ਕਮਾ ਕੇ? ਇੱਕ ਬੇਮੌਸਮੀ ਬਾਰਿਸ਼ ਨੇ ਸਾਨੂੰ ਮਾਰਿਆ ਆ, ਦੂਜਾ ਸਾਨੂੰ ਇਹਦਾ ਸਰਕਾਰਾਂ ਕੁੱਟੀ ਜਾਂਦੀਆਂ। ਦੱਸੋ ਅਸੀਂ ਜਾਵਾਂਗੇ ਕਿੱਥੇ ਨੂੰ? ਕੀ ਕਰਾਂਗੇ? ਅਖੀਰ ਤਾਂ ਸਾਨੂੰ ਫਿਰ ਕੋਈ ਕਦਮ ਚੱਕਣਾ ਪਊਗਾ। ਅੱਗੇ 1.25 ਸਾਲ ਦਾ ਅੰਦੋਲਨ ਉੱਥੇ ਲੜ ਕੇ ਆਏ ਆ। ਜੇ ਹੁਣ ਇਹ ਭਰਾ ਕਹਿਣਗੇ ਤਾਂ ਆਪਾਂ ਇੱਥੇ ਇਹਨਾਂ ਦੇ ਨਾਲ ਬੈਠਣ ਨੂੰ ਤਿਆਰ ਆ। ਜਥੇਬੰਦੀ ਸਾਡੀ ਬਿਲਕੁਲ ਸਮਰਥਨ ਦਊਗੀ। ਸੁਣਿਆ ਜੀ ਤੁਸੀਂ ਬੈਠਣ ਨੂੰ ਤਿਆਰ ਨੇ, ਪੂਰੀ ਤਰ੍ਹਾਂ ਬੈਠਣ ਨੂੰ ਤਿਆਰ ਨੇ। ਕੋਈ ਹੋਰ ਵੀਰ ਇੱਕ ਅੱਧੀ ਗੱਲ? ਹਾਂਜੀ ਜੀ, ਕਾਦੀਆਂ ਜਥੇਬੰਦੀ ਤੋਂ ਪਰਮਿੰਦਰ ਸਿੰਘ ਜੀ। ਭਾਈ ਸਾਹਿਬ ਜੀ ਕੁਝ ਕਹਿਣਾ ਚਾਹੁੰਦੇ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਇਹਨਾਂ ਵੀਰਾਂ ਨੂੰ ਪੂਰਾ ਸਮਰਥਨ ਦਿੰਦੇ ਆ, ਕਿਉਂਕਿ ਜਿਹੜਾ ਕਰੋਨਾ ਤਾਂ ਇਹ ਸਿਰਫ ਡਰਾਮਾ ਆ। ਇਹਨਾਂ ਲੋਕਾਂ ਦੇ ਬਿਜ਼ਨਸ ਨੂੰ ਠੱਪ ਕਰਨ ਦੇ ਲਈ ਸਰਕਾਰ, ਜਿਸ ਤਰ੍ਹਾਂ ਸਾਡੇ ਭਾਜੀ ਹੁਣੀ ਦੱਸਿਆ ਕਿ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸਾਰੇ ਬਿਜ਼ਨਸ ਦੇਣਾ ਚਾਹੁੰਦੀ ਆ, ਇਹ ਵਿਚਾਰੇ ਆਪਣੀਆਂ ਕਿਸ਼ਤਾਂ ਦੇਣ ਤੋਂ ਵੀ ਸਮਰੱਥ ਹਨ। ਅਸੀਂ ਸਰਕਾਰ ਨੂੰ ਇਹ ਤਾੜਨਾ ਕਰਦੇ ਹਾਂ ਕਿ ਇਹਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ, ਕਿਉਂਕਿ ਇਹ ਉਹ ਵੀਰ ਆ ਜਿਨ੍ਹਾਂ ਨੇ ਕਿਸਾਨ ਸੰਘਰਸ਼ ਦੇ ਵਿੱਚ ਬਿਲਕੁਲ ਤੇਲ ਖਰਚੇ ਦੇ ਉੱਤੇ ਆਪਣੀਆਂ ਜਿਹੜੀਆਂ ਗੱਡੀਆਂ ਉਹ ਦਿੱਲੀ ਭੇਜੀਆਂ, ਕਿਸਾਨ ਸੰਘਰਸ਼ ਦੇ ਵਿੱਚ ਪੂਰਾ ਸਮਰਥਨ ਦਿੱਤਾ। ਅੱਜ ਸਾਡੀਆਂ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਇਹਨਾਂ ਦੇ ਨਾਲ ਖੜੀਆਂ ਆ। ਜਿਸ ਤਰ੍ਹਾਂ ਦਾ ਵੀ ਇਹਨਾਂ ਵੀਰਾਂ ਦਾ ਕੋਈ ਪ੍ਰੋਗਰਾਮ ਹੋਊਗਾ, ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਤੇ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕਰ ਦਿਆਂਗੇ। ਮੈਂ ਅਖੀਰ ਦੇ ਵਿੱਚ ਇਹੀ ਸਰਕਾਰ ਨੂੰ ਤਾੜਨਾ ਕਰਦਾ ਕਿ ਇਹਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਮੰਨਿਆ ਜਾਵੇ, ਨਹੀਂ ਤਾਂ ਸੰਘਰਸ਼ ਤੇਜ਼ ਕੀਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਿਆ ਜੀ ਤੁਸੀਂ, ਸਰਕਾਰ ਦੇ ਕੰਨਾਂ ਤੱਕ ਵੀ ਜੇ ਗੱਲ ਪਹੁੰਚਦੀ ਹੋਵੇ ਪੂਰਾ ਗੁੱਸਾ ਹੈ ਜੀ। ਸੰਘਰਸ਼ ਜੇ ਇੱਕ ਵਾਰੇ ਤੋਂ ਜ਼ਿਆਦਾ ਦਿੱਲੀ ਦੇ ਬਰੂਹਾਂ ਦੇ ਉੱਪਰ ਚੱਲ ਸਕਦਾ ਤੇ ਪੰਜਾਬ ਦੇ ਲੋਕ ਇੱਥੇ ਆਪਣੀ ਧਰਤੀ ਦੇ ਉੱਪਰ ਬੈਠ ਕੇ ਵੀ ਸੰਘਰਸ਼ ਕਰ ਸਕਦੇ ਆ। ਪੱਤਰਕਾਰ ਆਮ ਲੋਕਾਂ ਦੀ ਆਵਾਜ਼ ਹੁੰਦਾ ਹੈ, ਪੱਤਰਕਾਰ ਆਮ ਲੋਕਾਂ ਦੀ ਆਵਾਜ਼ ਹੁੰਦਾ ਹੈ। ਸੋ ਇਸ ਕਰਕੇ ਮੈਂ ਇੱਕ ਪੱਤਰਕਾਰ ਹੋਣ ਦੇ ਨਾਤੇ ਆਮ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਨੂੰ ਆਖਣਾ ਚਾਹੁੰਦਾ। ਇੱਕ ਸਵਾਲ ਮੈਂ ਵੀ ਕਰਨਾ ਚਾਹੁੰਦਾ ਹੈਗਾ ਕਿ ਆ ਚੋਣ ਰੈਲੀਆਂ ਹੋ ਰਹੀਆਂ ਨੇ, ਜੇ ਸਕੂਲਾਂ ਦੇ ਜਿਹੜੇ ਬੱਚੇ ਉਹ ਘਰ ਬੈਠੇ ਹੋਏ ਆ, ਫਿਰ ਆ ਜਿਹੜੀਆਂ ਬੱਸਾਂ ਨੇ ਇਹ ਡੱਕੀਆਂ ਹੋਈਆਂ ਨੇ, ਘਰਾਂ ਦੇ ਵਿੱਚ ਬੱਸਾਂ ਰੁਕੀਆਂ ਹੋਈਆਂ ਨੇ। ਮੈਂ ਸਰਕਾਰ ਨੂੰ ਸਵਾਲ ਕਰਨਾ ਚਾਹੁੰਦਾ ਵੀ ਜਿਹੜੀਆਂ ਚੋਣ ਰੈਲੀਆਂ ਹੁੰਦੀਆਂ ਆ, ਫਿਰ ਇਹ ਬੱਸਾਂ ਉੱਥੇ ਲਾ ਲੈਣ ਵੀ ਤੁਹਾਡੇ ਵਾਸਤੇ ਬੰਦੇ ਢੋਲਿਆ ਕਰਨ। ਐਦਾਂ ਕਰ ਲਈਏ ਜੀ। ਫਿਰ ਜੇ ਤੁਸੀਂ ਸਲਾਹ ਦਿਓ, ਕਮੈਂਟ ਕਰਕੇ ਦੱਸਣ, ਆਮ ਲੋਕ ਵੀ ਦੱਸ ਦੇਣ, ਕੋਈ ਸਰਕਾਰੀ ਨੁਮਾਇੰਦਾ ਹੋਵੇ ਉਹ ਵੀ ਕਮੈਂਟ ਕਰਕੇ ਦੱਸ ਦੇਵੇ, ਫਿਰ ਮੈਂ ਤੁਹਾਡਾ ਸੁਨੇਹਾ ਪੱਤਰਕਾਰ ਹੋਣ ਦੇ ਨਾਤੇ ਇਹਨਾਂ ਤੱਕ ਵੀ ਪੁੱਜਦਾ ਕਰ ਦੂੰਗਾ ਵੀ ਅਗਲੇ ਕਹਿੰਦੇ ਠੀਕ ਹੈ ਜੀ ਸਾਡੀਆਂ ਰੈਲੀਆਂ ਤੇ ਲੈ ਕੇ ਆਜੋ ਬੱਚੇ, ਆ ਬੱਸਾਂ ਲੈ ਕੇ ਆਜੋ, ਉੱਥੇ ਬੱਚੇ ਨਾ ਢੋਵੋ। ਓਂਕਾਰ ਸਿੰਘ ਜੀ ਹੈਗੇ ਨੇ, ਸ਼ਾਇਰਾਨਾ ਅੰਦਾਜ਼ ਦੇ ਵਿੱਚ ਕਈ ਵਾਰ ਕੁਛ ਨਾ ਕੁਛ ਜ਼ਰੂਰ ਕਹਿੰਦੇ ਹੁੰਦੇ ਆ। ਗੁੱਸਾ ਵੀ ਬਹੁਤ ਹੈ, ਦੁੱਖ ਵੀ ਹੈ, ਪਰ ਪੰਜਾਬ ਦੇ ਜਿਹੜੇ ਲੋਕ ਹੈਗੇ ਨੇ ਖੁਦਕੁਸ਼ੀਆਂ ਨਹੀਂ ਕਰਦੇ। ਪੰਜਾਬ ਦੇ ਲੋਕ ਲੜ ਕੇ ਮਰਦੇ ਆ। ਸੋ ਦੁੱਖਾਂ ਦੇ ਵਿੱਚ ਵੀ ਖੁਸ਼ ਵੀ ਰਹਿੰਦੇ ਹੈਗੇ ਆ, ਖੁਸ਼ ਰਹਿ ਕੇ ਸੰਘਰਸ਼ ਵੀ ਕਰਦੇ ਆ। ਇੱਦਾਂ ਰੋਂਦੇ ਪਿੱਟਦੇ ਨਹੀਂ ਹੈਗੇ ਵਾਲੇ, ਪਰ ਦੁੱਖ ਜ਼ਰੂਰ ਹੁੰਦਾ ਹੈਗਾ। ਧਾਮੀ ਜੀ ਕੁਛ ਨਾ ਕੁਛ ਜ਼ਰੂਰ ਕਹਿ ਜੋ ਜਾਂਦੇ ਜਾਂਦੇ। ਸਤਿ ਸ਼੍ਰੀ ਅਕਾਲ ਜੀ। ਬੇਨਤੀ ਹੈ ਵੀ ਕਿੱਦਾਂ ਦੇ ਮੁਲਕ 'ਚ ਅਸੀਂ ਰਹਿ ਰਹੇ ਹਾਂ, ਕਿੱਦਾਂ ਦੇ ਪ੍ਰਸ਼ਾਸਨ 'ਚ ਅਸੀਂ ਦਿਨ ਕੱਟਣ, ਜਿੱਥੇ ਹਰੇਕ ਗੱਲ ਨੂੰ ਕਹਿਣ ਵਾਸਤੇ ਸਾਨੂੰ ਸੜਕ ਰੋਕਣੀ ਪਵੇ, ਸਾਨੂੰ ਮਹੀਨਿਆਂ ਬਾਅਦ ਧਰਨਾ ਲਾਉਣਾ ਪਵੇ, ਸਾਨੂੰ ਮੁਰਦਾਬਾਦ ਜਿੰਦਾਬਾਦ ਕਰਨਾ ਪਏ। ਇਹ ਕਿਹੜੀਆਂ ਸਰਕਾਰਾਂ, ਕਿਹੜਾ ਲੋਕਤੰਤਰ ਆ? ਅੱਜ ਇਹ ਅਜ਼ੀਜ਼ ਬੱਚੇ ਜਿਹੜੇ ਸੜਕਾਂ ਤੇ ਬੱਸਾਂ ਲੈ ਕੇ ਖੜੇ ਆ, ਕਿਸ ਮੁਸੀਬਤ ਦੇ ਕਾਰਨ ਖੜੇ ਆ? ਜੇ ਤੁਹਾਡੇ ਕੋਲ ਰੁਜ਼ਗਾਰ ਇਹਨਾਂ ਨੇ ਆਪ ਪੈਦਾ ਕੀਤਾ, ਉਸ ਨੂੰ ਬਚਾਉਣ ਵਾਸਤੇ ਵੀ ਸਰਕਾਰਾਂ ਕੋਲ ਸਾਧਨ ਨੇ। ਉਹਨਾਂ ਨੂੰ ਬੈਂਕਾਂ ਨਾਲ ਤੁਸੀਂ ਢੰਡੋਰਾ ਪਿੱਟ ਕੇ ਅੰਦਰ ਕਰਨ ਦੀ ਕੋਸ਼ਿਸ਼ ਕਰਨ ਡਏ ਹੋ। ਸਕੂਲ ਖੋਲ੍ਹੋ, ਸੜਕੀ ਆਵਾਜਾਈ ਜਿਹੜੀ ਖੋਲ੍ਹੇ, ਇਹਨਾਂ ਦਾ ਆਮਦਨ ਹੋਵੇ, ਤੁਹਾਡੀਆਂ ਕਿਸ਼ਤਾਂ ਵਾਪਸ ਕਰਨਗੇ। ਅਗਰ ਤੁਸੀਂ ਇਸ ਤਰ੍ਹਾਂ ਕਰੋਗੇ, ਲੋਕ ਇਹਨਾਂ ਦੇ ਨਾਲ ਖੜਨਗੇ, ਪ੍ਰਸ਼ਾਸਨ ਦਾ ਜਿਹੜਾ ਢਾਂਚਾ ਉਹ ਹਿੱਲੇਗਾ। ਔਰ ਸਾਡੀ ਇਹ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਬਿਲਕੁਲ ਪੂਰਨ ਤੌਰ ਤੇ ਖੜੀ ਹੈ। ਜਿਹੜੀ 26 ਦੀ ਕਾਲ ਦੇਣ ਦੀ ਕੋਸ਼ਿਸ਼ ਕਰਨ ਰਹੇ ਮੁੰਡੇ ਨੌਜਵਾਨ, ਅਸੀਂ ਇਹਨਾਂ ਦੀ ਕਾਲ ਦੇ ਨਾਲ ਸਹਿਮਤ ਹਾਂ। ਔਰ ਅਸੀਂ ਇਹਨਾਂ ਦੇ ਨਾਲ, ਜਿੱਦਾਂ ਇਹਨਾਂ ਨੇ ਕੁਝ ਦੋਸਤਾਂ ਨੇ ਕਿਹਾ ਸੀ ਵੀ ਅਸੀਂ ਜੇ ਲੀਡਰ ਪਿੰਡਾਂ 'ਚ ਬਣਨਗੇ, ਅਸੀਂ ਉਹਨਾਂ ਦਾ ਘਿਰਾਓ ਕਰਾਂਗੇ, ਸਾਨੂੰ ਕੋਈ ਟੈਲੀਫੋਨ ਕਰਨ, ਅਸੀਂ ਇਹਨਾਂ ਦੇ ਨਾਲ ਸ਼ਾਮਲ ਹੋਵਾਂਗਾ। ਕਿਉਂਕਿ ਸਾਡੇ ਬੱਚੇ ਆ, ਸਾਡੇ ਬੱਚਿਆਂ ਨੂੰ ਰੁਜ਼ਗਾਰ ਜਿਹੜਾ ਉਹ ਜ਼ਿੰਦਾ ਰਹੇ, ਜੀਵਤ ਰਹੇ, ਇਹ ਰੋਟੀ ਪਾਣੀ ਕਮਾਉਣ। ਇਹਨਾਂ ਦਾ ਕਈਆਂ ਲੋਕਾਂ ਨੂੰ ਹੋਰ ਰੁਜ਼ਗਾਰ ਮਿਲਦਾ ਹੈ। ਜੇ ਸਰਕਾਰੀ ਸਕੂਲਾਂ ਵਾਲੇ ਫੀਸ ਲੈਣ ਡਏ ਹੋ ਆ, ਤੇ ਇਹਨਾਂ ਬੱਚਿਆਂ ਦਾ ਕਿਉਂ ਨਹੀਂ ਰੋਟੀ ਦਿੰਦੇ ਇਹਨਾਂ ਨੂੰ? ਕਿਉਂ ਇਹਨਾਂ ਬੱਚਿਆਂ ਨੂੰ ਆਪਣਾ ਕਿਰਾਇਆ ਲੈਣ ਦਾ ਅਧਿਕਾਰ ਨਹੀਂ ਹੋ? ਇਹਨਾਂ ਦੀਆਂ ਬੱਸਾਂ ਚੱਲਣੀਆਂ ਚਾਹੀਦੀਆਂ। ਮੈਂ ਤੁਹਾਡੇ ਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਵਿਸ਼ੇਸ਼ ਤੌਰ ਤੇ DC ਹੁਸ਼ਿਆਰਪੁਰ ਨੂੰ ਅਪੀਲ ਕਰਨੀ ਚਾਹੁੰਦਾ ਕਿ ਨਾ ਮਜਬੂਰ ਕਰੋ ਲੋਕਾਂ ਨੂੰ ਕਿ ਲੋਕ ਤੁਹਾਡੇ ਦਰਾਂ ਤੇ ਆ ਕੇ ਤੁਹਾਡੀ ਮੁਰਦਾਬਾਦ ਕਰਨ। ਇਹਨਾਂ ਦਾ ਹੱਕ ਬਣਦਾ, ਇਹਨਾਂ ਦੀਆਂ ਬੱਸਾਂ ਚੱਲਣ, ਇਹ ਸਕੂਲ ਖੁੱਲ੍ਹਣੇ ਚਾਹੀਦੇ। ਸਾਡੇ ਬੱਚੇ ਜਿਹੜੇ ਉਹ
ਇਦਾਂ ਦੀਆਂ ਭਾਸ਼ਾਵਾਂ ਬੋਲਣ ਲੱਗ ਪਏ ਵਿਹਲੇ ਰਹਿ ਕੇ ਛੋਟੇ ਛੋਟੇ ਬੱਚੇ ਜਿਹੜੇ ਨਹੀਂ ਸੀ ਬੋਲਣੇ ਚਾਹੀਦੀਆਂ। ਡਿਸਪਲਿਨ ਖਤਮ ਹੋ ਗਿਆ ਔਰ ਹੋਇਆ ਤੁਹਾਡੀਆਂ ਸਰਕਾਰਾਂ ਕਰਕੇ ਆ। ਮੇਰੀ ਅਪੀਲ ਹੈ ਇਹਨਾਂ ਸਕੂਲ ਖੋਲ੍ਹੋ, ਇਹਨਾਂ ਦੀਆਂ ਬੱਸਾਂ ਚੱਲਣ, ਇਹਨਾਂ ਦਾ ਆਵਾਜਾਈ ਦੇ ਸਾਧਨ ਜਿਹੜੇ ਵਰਤ ਕੇ ਇਹ ਵਿਚਾਰੇ ਕਿਰਾਇਆ ਖੁਰਾ ਇਕੱਠੇ ਕਰ, ਤੁਹਾਡੀਆਂ ਕਿਸ਼ਤਾਂ ਬਸ ਕਰ। ਆ ਜਿਹੜੇ ਬੌਂਸਰਾਂ ਬੂਸਰਾਂ ਧਮਕੀਆਂ ਦੇਣ ਡਾਏ ਨਾ, ਜੇ ਕਿਤੇ ਸਾਡੀ ਬੱਸ ਪਰ ਹੱਥ ਪਾ ਲਿਆ ਅਸੀਂ ਸਾਰੇ ਜਿਹੜੇ ਇਕੱਠੇ ਹੋ ਕੇ ਬੌਂਸਰਾਂ ਦੀ ਪਟਾਈ ਵੀ ਕਰਾਂਗੇ, ਕਿਉਂਕਿ ਇਹ ਲੋਕ ਉਹ ਆ ਜਿਹਨਾਂ ਨੇ ਆਪਣੇ ਰੁਜ਼ਗਾਰ ਆਪ ਪੈਦਾ ਕੀਤੇ ਆ ਤੇ ਤੁਸੀਂ ਇਹਨਾਂ ਦੇ ਰੁਜ਼ਗਾਰ ਖੋਏ ਆ। ਖੋਏ ਰੁਜ਼ਗਾਰ ਨੂੰ ਜ਼ਿੰਦਾ ਰੱਖਣ ਵਾਸਤੇ ਸਾਡੀ ਕਮੇਟੀ, ਅਸੀਂ ਸਾਰੇ ਬਤੌਰ ਇਨਸਾਨ ਬਤੌਰ ਮਿੱਤਰ ਇਹਨਾਂ ਦੇ ਨਾਲ ਰਹਾਂਗੇ। ਇਹ ਅਪੀਲ ਮੇਰੀ ਹੈ। ਜ਼ਰੂਰ ਜੀ ਜ਼ਰੂਰ। ਇੱਥੇ ਕਹੋ ਜੀ ਇੱਕ ਵਾਰੀ ਬੋਰਡ ਦੇ ਕੋਲ ਭਾਈ ਸਾਹਿਬ ਜੀ ਸਿਰਫ 2 ਕਲੇਨਾਂ। ਹਾਂਜੀ ਭਾਜੀ, ਮੈਂ ਓਂਕਾਰ ਸਿੰਘ ਪੁਆਰ, ਜ਼ਿਲ੍ਹਾ ਜਲੰਧਰ, ਪਿੰਡ ਘੜਿਆਲ ਦਾ ਵਾਸੀ ਹਾਂ। ਮੈਂ ਇੱਕ ਬੱਸ ਦਾ ਮਾਲਕ ਹਾਂ, ਸਿਰਫ ਉਹ ਵੀ ਮੈਂ ਸ਼ੌਕੀਆ ਰੱਖੀ ਆ। ਮੈਂ ਆਪਣੇ ਭਰਾਵਾਂ ਦੀ ਮਦਦ ਲਈ ਇੱਥੇ ਸਪੈਸ਼ਲ ਰੋਜ਼ ਆਉਣਾ ਆ ਔਰ ਰਾਤ ਨੂੰ ਇੱਥੋਂ ਜਾਂਦਾ ਆ। ਔਰ ਬਾਕੀ ਇਹਨਾਂ ਨੂੰ ਕਿਸੇ ਚੀਜ਼ ਦੀ ਵੀ ਲੋੜ ਹੈ ਮੈਂ ਇਹਨਾਂ ਲਈ ਹਾਜ਼ਰ ਹਾਂ। ਜੋ ਪ੍ਰਸ਼ਾਸਨ ਕਰ ਰਿਹਾ ਉਹ ਸ਼ਰੇਆਮ ਧੱਕਾ ਔਰ ਕਰ ਰਿਹਾ ਸਾਡਾ। ਜੀ ਦੇਖਿਆ ਜੀ, ਸੁਣੀ ਤੁਸੀਂ ਗੱਲ। ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ, ਕਹਿੰਦੇ ਮੈਂ ਸ਼ੌਕੀਆ ਤੌਰ ਤੇ ਰੱਖੀ ਹੋਈ ਆ ਬਸ। ਫਿਰ ਵੀ ਜਿਹੜੇ ਆਪਣੇ ਸਾਥੀ ਭਰਾ ਹੈਗੇ ਕਹਿੰਦੇ ਮੈਂ ਉਹਨਾਂ ਦੀ ਸਪੋਰਟ ਵਾਸਤੇ ਆਉਣਾ। ਆ ਦੇਸ਼ ਦੇ ਪ੍ਰਧਾਨ ਮੰਤਰੀ ਅਕਸਰ ਕਹਿੰਦੇ ਹੁੰਦੇ ਆ ਹਮਾਰਾ ਦੇਸ਼ ਵਿਕਾਸ ਕੀ ਬੁਲੰਦੀਆਂ ਕੋ ਛੂ ਰਹਾ ਹੈ। ਆਹ ਬੁਲੰਦੀਆਂ ਆ ਜੀ, ਇੱਕ ਵਾਰ ਇੱਥੇ ਦਿਖਾ ਦਿਓ ਜੀ। ਜਿਹੜੇ ਕਹਿੰਦੇ ਕਿ ਹਮਾਰਾ ਦੇਸ਼ ਵਿਕਾਸ ਕੀ ਬੁਲੰਦੀਆਂ ਕੋ ਛੂ ਰਹਾ ਹੈ, ਇੱਕ ਵਾਰੀ ਜਰਾ ਦੱਸ ਦੇਣ, ਇਹਨਾਂ ਸਵਾਲਾਂ ਦੇ ਜਵਾਬ ਦੇ ਦੇਣ। ਮਾਪੇ ਕੰਮ ਤੇ ਬੱਚੇ ਘਰ ਕਿਉਂ, ਠੇਕੇ ਖੁੱਲੇ ਸਕੂਲ ਬੰਦ ਕਿਉਂ, ਵਿਕਾਸ ਕੀ ਬੁਲੰਦੀਆਂ ਕੋ ਛੂ ਰਹਾ ਹੈ। ਬੱਸਾਂ ਘਰ ਤੇ ਟੈਕਸ ਕਿਉਂ, ਸਕੂਲ ਬੰਦ ਤੇ ਬੱਸਾਂ ਦੀਆਂ ਕਿਸ਼ਤਾਂ ਕਿਉਂ, ਕਰੋਨਾ ਪੂਰੇ ਜ਼ੋਰ ਤੇ ਰੈਲੀਆਂ ਕਿਉਂ। ਸ਼ਾਇਦ ਰੈਲੀਆਂ ਇਸੇ ਕਰਕੇ ਆ ਕਿ ਦੇਸ਼ ਵਿਕਾਸ ਕੀ ਬੁਲੰਦੀਆਂ ਕੋ ਛੂ ਰਹਾ ਹੈ। ਸਰਕਾਰ ਦੇ ਕਮਾਊ ਪੁੱਤ ਸੜਕਾਂ ਤੇ ਕਿਉਂ। ਇਹ ਸਵਾਲ ਨੇ ਜੀ। ਦੇਸ਼ ਦੇ ਪ੍ਰਧਾਨ ਮੰਤਰੀ ਜਵਾਬ ਦੇਣ, ਪੰਜਾਬ ਦੇ ਮੁੱਖ ਮੰਤਰੀ, ਹੋਰ ਸਾਰੇ ਲੀਡਰ ਜਵਾਬ ਦੇਣ। ਇਹ ਜਿਹੜੇ ਚਾਹੁੰਦੇ ਕਿ ਅਗਲੀ ਸਰਕਾਰ ਸਾਡੀ ਬਣ ਜਾਏ ਉਹ ਜਵਾਬ ਦੇਣ। ਇੱਕ ਸਵਾਲ ਹੋਰ ਜ਼ਰੂਰ ਹੈਗਾ ਆਮ ਲੋਕਾਂ ਦੇ ਵਾਸਤੇ ਹੀ। ਮੈਨੂੰ ਲੱਗਦਾ ਕਿ ਇੱਕ ਕਿੱਡੀ ਵੱਡੀ ਚਾਲ ਹੈਗੀ ਆ, ਆਮ ਲੋਕਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਆਮ ਲੋਕ ਹੀ ਆਮ ਲੋਕਾਂ ਨੂੰ ਤੰਗ ਕਰਨ ਦੀ ਵਜ੍ਹਾ ਕਰਦੇ ਆ, ਵਜ੍ਹਾ ਬਣਦੇ ਆ। ਕਿਉਂਕਿ ਹੁਣ ਜਦੋਂ ਸੜਕਾਂ ਰੁਕਣੀਆਂ ਨੇ ਆਮ ਲੋਕਾਂ ਨਾਲ ਹੀ ਤੰਗ ਹੋਣਾ, ਪਰ ਸਰਕਾਰਾਂ ਦੇ ਕੰਨਾਂ ਤੱਕ ਕੋਈ ਜੂ ਨਹੀਂ ਸਰਕਦੀ। ਅਗਲੇ ਦਿੱਲੀ ਬੈਠ ਕੇ ਫੁੱਲ ਨਜ਼ਾਰੇ ਲੈਂਦੇ ਆ ਔਰ ਅਸੀਂ ਆਮ ਲੋਕ ਜਿਹੜੇ ਆ ਇੱਥੇ ਇੱਕ ਦੂਜੇ ਨਾਲ ਖਹਿਬੜਦੇ ਆ। ਹੁਣ ਜਿਹੜੇ ਬਾਉਂਸਰ ਹੈਗੇ ਆ ਉਹ ਕੌਣ ਨੇ ਭਲਾ? ਉਹ ਵੀ ਇੱਥੋਂ ਹੀ ਆਪਣੇ ਪਰਿਵਾਰਾਂ ਦੇ ਹੈਗੇ ਆ ਔਰ ਜਿਹੜੇ ਪੀੜਤ ਹੈਗੇ ਨੇ ਉਹ ਵੀ ਆਪਣੇ ਪਰਿਵਾਰਾਂ ਦੇ। ਸੋ ਆਪਣੇ ਹੀ ਆਪਣਿਆਂ ਨਾਲ ਲੜਦੇ ਪਏ ਆ ਔਰ ਅਗਲੇ ਦਿੱਲੀ ਬੈਠ ਕੇ ਫੁੱਲ ਨਜ਼ਾਰੇ ਲੈਂਦੇ ਪਏ ਆ। ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਕਿ ਤੁਸੀਂ ਉਹਨਾਂ ਨੂੰ ਦਿੱਲੀ ਬੈਠਿਆਂ ਨੂੰ ਨਜ਼ਾਰੇ ਲੈਣ ਦੇਣਾ ਜਾਂ ਕਿ ਤੁਸੀਂ ਆਪਣਾ ਕੋਈ ਹੋਰ ਹੱਲ ਕੱਢਣਾ। ਕੀ ਹੱਲ ਹੋ ਸਕਦਾ ਜਿਹਦੇ ਨਾਲ ਪੰਜਾਬ ਦੇ ਲੋਕ ਖੁਸ਼ਹਾਲ ਰਹਿ ਸਕਣ? ਜ਼ਰੂਰ ਕਮੈਂਟ ਕਰਕੇ ਦੱਸਿਓ। ਬਹੁਤ ਬਹੁਤ ਧੰਨਵਾਦ ਜੀ।